ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 224 ਤੇ ਹੇਠੋਂ ਚੌਥੀ ਪੰਕਤੀ ਹੈ, 4 ਨੰਬਰ ਤੋਂ ਬਾਅਦ। ਭੂਲੋ ਰਾਵਣ ਮੁਗਧ ਅਚੇਤ, ਲੂਟੀ ਲੰਕਾ ਸੀਸ ਸਮੇਤ। ਮੁਗਧ ਮੈਨੇ ਮੂਰਖ, ਅਚੇਤ ਮੈਨੇ ਅਗਿਆਨੀ। ਰਾਵਣ ਮੂਰਖ ਸੀ, ਅਗਿਆਨੀ ਸੀ, ਭੁੱਲ ਕਰ ਬੈਠਾ, ਭੁੱਲ ਕਰ ਬੈਠਾ। ਵੈਸੇ ਤਾਂ ਕੁਦਰਤੀ ਗੱਲ ਹੈ, ਮੰਨ ਲਓ ਮੈਂ ਰਾਜਾ ਹੋਵਾਂ ਅਤੇ ਮੇਰੀ ਭੈਣ ਦਾ ਕੋਈ ਨੱਕ ਵੱਢ ਦੇ, ਮੈਂ ਛੱਡਾਂਗਾ ਉਹਨੂੰ ਭਲਾ? ਹੋਵਾਂ ਮੈਂ ਰਾਜਾ ਅਤੇ ਇੱਕ ਜਿਹੜਾ ਹੈ ਜੰਗਲ ਦੇ ਵਿੱਚ ਬਨਵਾਸ ਕੱਟ ਰਿਹਾ ਬੰਦਾ, ਉਹ ਮੇਰੀ ਭੈਣ ਦਾ ਨੱਕ ਵੱਢ ਦੇ ਅਤੇ ਮੈਂ ਉਹਨੂੰ ਛੱਡਾਂਗਾ ਨਹੀਂ। ਉਸ ਪੁਆਇੰਟ 'ਤੇ ਤਾਂ ਰਾਵਣ ਠੀਕ ਸੀ, ਪਰ ਗਲਤੀ ਉਹਨੇ ਇਹ ਕੀਤੀ ਕਿ ਜਿਸ ਨੇ ਨੱਕ ਵੱਢਿਆ ਸੀ ਬਦਲਾ ਉਸ ਤੋਂ ਲੈਣਾ ਚਾਹੀਦਾ ਸੀ, ਜਿਹਦਾ ਕਸੂਰ ਹੀ ਕੋਈ ਨਹੀਂ, ਉਹਨੂੰ ਸਜ਼ਾ ਦੇਣਾ ਮੂਰਖਤਾ ਹੁੰਦੀ ਹੈ। ਅੱਜ ਵੀ ਜਿਨ੍ਹਾਂ ਵਿਚਾਰਿਆਂ ਦੇ ਕਸੂਰ ਨਹੀਂ ਹੈਗੇ, ਉਂਝ ਹੀ ਫੜ ਕੇ ਅੰਦਰ ਡੱਕੀ ਜਾਂਦੇ ਨੇ, ਇਹ ਜੀ ਜਿਹੜੇ ਇਹ ਦੇਸ਼ ਧਰੋਹੀ ਨੇ ਜੀ, ਫਲਾਣੇ ਨੇ ਜੀ। ਸੋ ਜੇ ਤਾਂ ਰਾਵਣ ਸੀਤਾ ਨੂੰ ਚੱਕ ਕੇ ਨਾ ਲੈ ਕੇ ਜਾਂਦਾ, ਠੀਕ ਹੈ, ਲੜਾਈ ਕਰਦਾ, ਇਹਨਾਂ ਨੂੰ ਭਾਵੇਂ ਮਾਰ ਦਿੰਦਾ, ਫਿਰ ਕਿਸੇ ਨੇ ਕੁਛ ਨਹੀਂ ਸੀ ਕਹਿਣਾ। ਗਲਤੀ ਇਹ ਹੋ ਗਈ ਕਿ ਭੈਣ ਦਾ ਨੱਕ ਵੱਢਿਆ ਲਛਮਣ ਨੇ, ਚੱਕ ਕੇ ਲੈ ਗਿਆ ਸੀਤਾ ਨੂੰ। ਇਸ ਕਰਕੇ ਫਿਰ ਪਰਮਾਤਮਾ ਨੇ ਠੀਕ ਨਾ ਸਮਝਿਆ, ਫਿਰ ਉਹਨੇ ਸਜ਼ਾ ਦੇਣੀ ਸੀ, ਢੰਗ ਤਰੀਕਾ ਵਰਤਾਤਾ। ਮੂਰਖ ਰਾਵਣ ਅਗਿਆਨੀ ਹੈ, ਭੁੱਲ ਕਰ ਬੈਠਾ ਹੈ। ਨਤੀਜਾ ਕੀ ਨਿਕਲਿਆ? ਲੂਟੀ ਲੰਕਾ ਸੀਸ ਸਮੇਤ, ਨਾਲ ਜੇ ਲੰਕਾ ਸਾਰੀ ਛਡਵਾ ਲਈ ਅਤੇ ਨਾਲੇ ਜਿਹੜਾ ਹੈ ਸਿਰ ਵੱਢਿਆ ਗਿਆ, ਭਾਵ ਮਾਰਿਆ ਵੀ ਗਿਆ ਅਤੇ ਉਹਦਾ ਆਪਣਾ ਇਲਾਕਾ ਵੀ ਸਾਰਾ ਲੁੱਟਿਆ ਗਿਆ। ਗਰਭ ਗਿਆ ਬਿਰ ਸਤਿਗੁਰ ਹੇਤ, ਗਰਭ ਬੱਬੇ ਨੂੰ ਸਿਹਾਰੀ ਹੈ ਹੰਕਾਰ ਕਾਰਨ। ਹੰਕਾਰ ਗੁਰੂ ਨੂੰ ਪਿਆਰ ਨਹੀਂ ਕੀਤਾ, ਗੁਰੂ ਦੀ ਗੱਲ ਕੋਈ ਨਹੀਂ ਮੰਨੀ, ਹੰਕਾਰ ਕਾਰਨ ਇਹ ਸਭ ਕੁਛ ਬਰਬਾਦ ਹੋ ਗਿਆ। ਫਿਰ ਕਹਿੰਦੇ ਸਹਿਸ ਬਾਹੋ, ਇਹ ਨਾਮ ਹੈ ਉਸਦਾ, ਜਿਹੜਾ ਨਾਮ ਹੁੰਦਾ ਨਾ ਉਹਦਾ ਨਾਂ ਸਹਿਸ ਬਾਹ ਨਹੀਂ ਸੀ, ਸਹਿਸ ਬਾਹੋ ਸੀ। ਇਸ ਕਰਕੇ ਹਾਹਿਰ ਨੂੰ ਔਂਕੜ ਪੜ੍ਹਨਾ। ਸਹਿਸ ਬਾਹੋ, ਮਧੂ ਇਹ ਵੀ ਨਾਮ ਹੈ, ਕੀਟ ਇਹ ਵੀ ਨਾਮ ਹੈ, ਮੈਂ ਖਾਸਾ ਇਹ ਵੀ ਨਾਮ ਹੈ। ਇਹ ਚਾਰੇ ਦੈਂਤ ਸਨ। ਇੱਕ ਦੇਵਤੇ ਹੁੰਦੇ ਨੇ, ਇੱਕ ਦੈਂਤ ਹੁੰਦੇ ਨੇ। ਹਿੰਦੀ ਦੈਤ ਕੇ ਦੈਤਯ, ਹਿੰਦੀ ਰਾਖਸ਼ ਨੂੰ ਕਿ ਦੈਤਯ, ਦਿਨ ਦਲਾਵਾਂ ਅੱਧਾ ਤੱਤਾ ਇਹੀ ਆ। ਸੋ ਹਿੰਦੀ 'ਚ ਇਸ ਨੂੰ ਦੈਤ ਪੜ੍ਹਿਆ ਜਾ ਸਕਦਾ ਹੈ, ਪੰਜਾਬੀ 'ਚ ਆਪਾਂ ਦੈਂਤ ਕਹਿੰਦੇ ਹਾਂ, ਇਹਨਾਂ ਨੂੰ ਰਾਖਸ਼ ਵੀ ਕਹਿੰਦੇ ਨੇ। ਪੁਰਾਣੇ ਜ਼ਮਾਨੇ 'ਚ ਦੇਵਤੇ ਵੀ ਭਜਨ ਬੰਦਗੀ ਕਰਦੇ ਸਨ ਅਤੇ ਰਾਖਸ਼ ਵੀ ਕਰਦੇ ਸਨ, ਦੋਨੇ ਭਜਨ ਬੰਦਗੀ ਕਰਿਆ ਕਰਦੇ ਸਨ। ਇਸ ਕਰਕੇ ਉਹ ਤਾਕਤਵਰ ਬਹੁਤ ਸਨ। ਹੁਣ ਦੇਵਤਿਆਂ ਅਤੇ ਦੈਂਤਾਂ ਦੀ ਲੜਾਈ ਹੋ ਪਈ ਹੈ। ਦੈਂਤਾਂ ਨੂੰ ਹੰਕਾਰ ਸੀ, ਇਸ ਲਈ ਸਹਿਸ ਬਾਹੋ ਵੀ ਮਾਰਿਆ ਗਿਆ, ਮਧੂ ਵੀ ਮਾਰਿਆ ਗਿਆ, ਕੀਟ ਵੀ ਮਾਰਿਆ ਗਿਆ, ਮੈਂ ਖਾਸਾ ਵੀ ਮਾਰਿਆ ਗਿਆ। ਹਰ ਰਾਖਸ਼ ਲੈ ਨਖੋਂ ਬਿਦਸ, ਨਖੋਂ ਹਾਹੇ 'ਤੇ ਟਿੱਪੀ, ਨੂੰਹ ਨਾਲ ਵਿਦਾਸਾ ਹੁੰਦਾ ਕਿਸੇ ਨੂੰ ਚੀਰ ਦੇਣਾ, ਪਾੜ ਦੇਣਾ।
ਹਰਨਾਕਸ਼ ਨੂੰ ਪਰਮਾਤਮਾ ਨੇ ਨੂੰਹਾਂ ਨਾਲ ਪਾੜ ਦਿੱਤਾ ਕਿ ਉਹਨੂੰ ਵੀ ਹੰਕਾਰ ਸੀ। ਹੁਣ ਤਾਂ ਇੰਨਾ ਹੰਕਾਰ ਸੀ ਕਿ ਦੇਸ਼ ਵਾਸੀਆਂ ਨੂੰ ਕਹਤਾ ਕਿਸੇ ਰਾਮ ਰਾਮ ਨਹੀਂ ਕਰਨਾ, ਮੇਰਾ ਨਾਮ ਲੈਣਾ, ਮੇਰਾ ਨਾਮ ਜਪਣਾ। ਸਿਰਫ ਨਹੀਂ ਜਪਿਆ ਬਾਕੀ ਸਾਰੇ ਡਰ ਗਏ, ਨਹੀਂ ਜਪੇ ਤੇ ਪੁੱਤਰ ਪ੍ਰਹਲਾਦ ਨੇ ਨਹੀਂ ਜਪੇ ਬਸ। ਅਤੇ ਦੇਖੋ ਕਿੰਨਾ ਤੰਗ ਕਰਦਾ ਰਿਹਾ। ਨਤੀਜਾ ਨਿਕਲਿਆ ਕਿ ਪਰਮਾਤਮਾ ਨੂੰ ਨਰਸਿੰਘ ਦਾ ਰੂਪ ਧਾਰਨ ਕਰਕੇ ਹਰਨਾਕਸ਼ ਨੂੰ ਪਾੜ ਹੀ ਦਿੱਤਾ ਨੂੰਹਾਂ ਨਾਲ, ਨਖੋਂ ਨੂੰਹਾਂ ਨਾਲ ਬਜਾਸਾ ਪਾੜ ਦਿੱਤਾ। ਦੈਤ ਸੰਘਾਰੇ ਬਿਨ ਭਗਤ ਅਭਿਆਸ, ਕਿਉਂਕਿ ਦੈਤਾਂ ਨੇ ਭਗਤੀ ਕਰਨੀ ਛੱਡ ਦਿੱਤੀ, ਹੰਕਾਰ 'ਚ ਆ ਗਏ, ਇਸ ਲਈ ਸਾਰੇ ਮਾਰੇ ਗਏ। ਜਰਾ ਸੰਧ ਕਾਲ ਜਮਨ ਸੰਘਾਰੇ, ਇਹ ਵੀ ਦੋਨੋਂ ਰਾਖਸ਼ ਨੇ, ਜਰਾ ਸੰਧ ਅਤੇ ਕਾਲ ਜਮਨ। ਕਦੇ ਇਹ ਵੀ ਮਾਰੇ ਗਏ ਜੋ ਦੇਵਤਿਆਂ ਨਾਲ ਯੁੱਧ ਹੋਇਆ। ਰਕਤ ਬੀਜ ਕਾਲ ਨੇ ਬਿਦਾਰੇ, ਰਕਤ ਬੀਜ ਵੀ ਦੈਂਤ ਦਾ ਨਾਮ ਹੈ, ਕਾਲ ਨੇ ਵੀ ਦੈਂਤ ਦਾ ਨਾਮ ਹੈ। ਬਿਦਾਰੇ ਹੁੰਦਾ ਨਾਸ ਕਰ ਦੇਣਾ, ਇਹਨਾਂ ਦਾ ਵੀ ਨਾਸ ਹੋ ਗਿਆ। ਦੈਂਤ ਸੰਘਾਰ ਸੰਤ ਨਿਸਾਰੇ, ਪਰਮਾਤਮਾ ਨੇ ਦੈਂਤਾਂ ਨੂੰ ਮਾਰ ਕੇ, ਸੰਘਾਰ ਹਿੰਦੀ ਦਾ ਸ਼ਬਦ ਮਾਰ ਦੇਣਾ, ਸੰਤਾਂ ਦਾ ਪਾਰ ਉਤਾਰਾ ਕਰਦਾ। ਦੈਂਤਾਂ ਨੂੰ ਪਰਮਾਤਮਾ ਨੇ ਮਾਰ ਕੇ ਸੰਤਾਂ ਦਾ ਪਾਰ ਉਤਾਰਾ ਕਰਦਾ। ਆਪੇ ਸਤਿਗੁਰ ਸ਼ਬਦ ਵਿਚਾਰੇ, ਦੂਜੇ ਭਾਏ ਦੈਤ ਸੰਘਾਰੇ। ਗੁਰੂ ਆਪ ਹੀ ਬਾਣੀ ਦੀ ਵਿਚਾਰ ਕਰਦੇ, ਬਾਣੀ ਲਿਖਦੇ ਆ, ਉਹਦੀ ਵਿਚਾਰ ਕਰਦੇ। ਦੂਜੇ ਪਾਏ ਦੈਤ ਸੰਘਾਰੇ, ਜਿਹੜੇ ਦੈਂਤ ਨੇ ਇਹ ਰੱਬ ਨੂੰ ਪਿਆਰ ਨਹੀਂ ਕਰਦੇ, ਇਹ ਮਾਇਆ ਨੂੰ ਪਿਆਰ ਕਰਦੇ ਹੋ, ਇਸ ਲਈ ਪਰਮਾਤਮਾ ਨੇ ਉਹਨਾਂ ਨੂੰ ਮਾਰਤਾ। ਗੁਰਮੁਖ ਸਾਚ ਭਗਤ ਨਿਸਤਾਰੇ, ਜਿਹੜੇ ਗੁਰਮੁਖ ਹੁੰਦੇ ਨੇ ਉਹ ਭਗਤੀ ਕਰਦੇ ਪਰਮਾਤਮਾ ਦੀ, ਉਹ ਪਰਮਾਤਮਾ ਦੀ ਭਗਤੀ ਕਰਦੇ ਨੇ, ਇਸ ਲਈ ਪਰਮਾਤਮਾ ਉਹਨਾਂ ਨੂੰ ਨਿਸਤਾਰੇ, ਉਹਨਾਂ ਦਾ ਪਾਰ ਉਤਾਰਾ ਕਰ ਦਿੰਦਾ ਹੈ। ਸੋ ਪਰਮਾਤਮਾ ਨੂੰ ਕਹਿੰਦੇ ਭਗਤ ਵੱਛਲ ਨੇ। ਵੱਛਲ ਹੁੰਦਾ ਪਿਆਰ ਕਰਨ ਵਾਲਾ, ਭਗਤ ਵੱਛਲ ਭਗਤੀ ਨੂੰ ਪਿਆਰ ਕਰਨ ਵਾਲਾ। ਇਸ ਲਈ ਜਿਹੜਾ ਬੰਦਾ ਵੀ ਭਗਤੀ ਕਰਦਾ ਪਰਮਾਤਮਾ ਨੂੰ ਪਿਆਰ ਕਰਦਾ। ਹੁਣ ਜਿਹਨੂੰ ਪਰਮਾਤਮਾ ਪਿਆਰ ਕਰਦਾ ਉਹਨੂੰ ਹੋਰ ਕਿਸੇ ਦੀ ਕੀ ਲੋੜ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਛੰਦ, ਕਦੇ ਫਿਰ ਮੈਨੂੰ ਕਿਸੇ ਦੀ ਕੀ ਪਰਵਾਹ, ਇਹ ਪਰਵਾਹ ਜੇ ਤੂੰ ਹੀ ਮੇਰੇ ਨਾਲ ਹੈ। ਜਦੋਂ ਪਰਮਾਤਮਾ ਹੀ ਪਿਆਰ ਕਰਦਾ ਤਾਂ ਉਹਦੇ ਉੱਪਰ ਫਿਰ ਸਾਨੂੰ ਕੋਈ ਪਿਆਰ ਨਹੀਂ ਕਰ ਸਕਦਾ। ਸੰਸਾਰੀ ਪਿਆਰ ਦੇ ਮਗਰ ਮੋਹ ਹੁੰਦਾ, ਸਵਾਰਥ ਹੁੰਦਾ। ਇੱਕ ਆਇਆ, ਮੈਂ ਜੀ ਕਿਵੇਂ ਆਇਓ? ਦਰਸ਼ਨ ਕਰਨ ਆਇਓ। ਮੈਂ ਯਾਰ ਦਰਸ਼ਨ ਤਾਂ ਗੁਰੂ ਦੇ ਕੋਈ ਨਹੀਂ ਕਰਨ ਜਾਂਦਾ, ਉੱਥੇ ਵੀ ਮੰਗਣ ਜਾਂਦੇ ਨੇ, ਅਤੇ ਮੇਰੇ ਦਰਸ਼ਨ ਕਿੰਨੇ ਭੜੂਏ ਨੇ ਕਰਨੇ। ਅਤੇ ਮੈਂ ਉਹ 4-5 ਅਰਦਾਸਾਂ ਕਰਾ ਲਈ। ਹੁਣ ਜੀ ਬਸ ਜੇ ਤੈਨੂੰ ਪੁੱਛਿਆ ਆਓ ਜੀ ਕਿਵੇਂ ਆਇਓ? ਦਰਸ਼ਨ ਕਰਨੇ। ਝੂਠ ਬੋਲੋ ਦਾ ਕਿਆ ਫਾਇਦਾ? ਵੀ ਗੱਡਾ ਖੜਾ ਦਰਸ਼ਨਾਂ ਦੇ ਬਿਨਾਂ ਕਿਸੇ ਦਾ, ਕੋਈ ਕਿਸੇ ਦੇ ਨਹੀਂ ਜਾਂਦਾ। ਤੁਸੀਂ ਵੀ ਉਹਨਾਂ ਰਿਸ਼ਤੇਦਾਰਾਂ ਨਾਲ ਜ਼ਿਆਦਾ ਵਰਤੋ ਜਿਹਨਾਂ ਤੁਹਾਨੂੰ ਉਮੀਦ ਹੈ ਇਹਨਾਂ ਤੋਂ ਕੁਛ ਸਾਨੂੰ ਮਿਲ ਸਕਦਾ। ਮਾੜੇ ਨਾਲ ਕੌਣ ਵਰਤਦਾ ਜੀ? ਬਾਕੀ ਦਾ ਕੋਈ ਨਹੀਂ ਵਰਤਦਾ। ਉਹਨਾਂ ਨਾਲ ਹੀ ਤੁਸੀਂ ਵਰਤਦੇ ਹੋ ਜਿਹਨਾਂ ਤੋਂ ਉਮੀਦ ਹੈ ਕਿ ਕੱਲ੍ਹ ਨੂੰ ਮੇਰੀ ਕੋਈ ਸਹਾਇਤਾ ਕਰ ਸਕਦੇ ਹਨ। ਮਨੁੱਖ ਦਾ ਜੀਵਨ ਸਵਾਰਥ 'ਤੇ ਖੜ੍ਹਾ ਹੈ। ਦਰਸ਼ਨ ਕੌਣ ਕਰਨ ਜਾਂਦਾ? ਦਰਸ਼ਨ ਤਾਂ ਗੁਰੂ ਦੇ ਨਹੀਂ ਕਰਨ ਜਾਂਦੇ, ਲੋਕ ਉੱਥੇ ਮੰਗਣ ਜਾਂਦੇ ਨੇ। ਅਤੇ ਕਿਤੇ ਗੁਰੂ ਮਹਾਰਾਜ ਕਹਿੰਦੇ ਦੇਖ ਭਾਈ ਤੈਨੂੰ ਮਿਲਣਾ ਮੁਲਣਾ ਕੁਛ ਨਹੀਂ, ਤੇਰਾ ਜੀਅ ਕਰਦਾ ਆ, ਤੇਰਾ ਜੀਅ ਕਹਿੰਦੇ ਨਾ ਕੱਲ੍ਹ ਨੂੰ ਕੋਈ ਨਹੀਂ ਜਾਏਗਾ। ਉਹ ਤਾਂ ਅੱਗੋਂ ਬੋਲਦੇ ਨਹੀਂ ਨਾ, ਇਸ ਲਈ ਚਲੋ ਠੀਕ ਜਾਈ ਜਾਓ ਜਾਈ ਜਾਓ ਜਾਈ ਜਾਓ। ਇੱਕ ਬੰਦਾ ਮੈਂ ਬੈਠਾ ਸੀ ਸੰਤ ਸੀਤਲ ਸਿੰਘ ਨਾਲ ਕੋਲ ਆ ਗਿਆ ਜੀ, ਕਹਿੰਦੇ ਜੀ ਮੈਨੂੰ ਕੋਈ ਨਾਮ ਦੀ ਦਾਤ ਦੇ ਦਿਓ। ਕਹਿੰਦੇ ਦੇਖ ਭਾਈ ਤੂੰ ਸੰਤ ਈਸ਼ਰ ਸਿੰਘ ਮਹਾਰਾਜ ਦਾ ਬੰਦਾ ਹੈ, ਤੂੰ ਰਾੜਾ ਸਾਹਿਬ ਜਾ, ਸਾਡੇ ਤੋਂ ਤੈਨੂੰ ਕੁਛ ਨਹੀਂ ਮਿਲਣਾ।
ਉਹ ਮੁੜ ਕੇ ਨਹੀਂ ਆਇਆ ਫਿਰ ਵੀ ਚਲੋ ਇਹ ਨਹੀਂ, ਚਲੋ ਮਿਲ ਕੇ ਲੈ ਕੇ ਨਾ, ਸਵਾਰਥ 'ਤੇ ਖੜੀ ਹੈ ਦੁਨੀਆ। ਇਸ ਲਈ ਗੁਰੂ ਮਹਾਰਾਜ ਜੀ ਕਹਿੰਦੇ ਗੁਰਮੁਖ ਸਾਜ ਭਗਤ ਨਿਸਤਾਰੇ। ਜਿਹੜਾ ਗੁਰਮੁਖ ਹੁੰਦਾ ਉਹ ਤਾਂ ਪਰਮਾਤਮਾ ਦੀ ਪ੍ਰਾਪਤੀ ਲਈ ਭਜਨ ਬੰਦਗੀ ਕਰਦਾ, ਆਪਣੇ ਕਿਸੇ ਕੰਮ ਲਈ ਨਹੀਂ ਕਰਦਾ। ਜਦੋਂ ਅਸੀਂ ਆਪਣੇ ਕੰਮਾਂ ਲਈ ਭਜਨ ਬੰਦਗੀ ਕਰਾਂ ਫਿਰ ਦਾਤੇ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਫਿਰ ਕੀ ਲੈਣਾ ਦੇਣਾ? ਉਹ ਕਹਿੰਦੇ ਤੁਸੀਂ ਕਿਹੜਾ ਮੈਨੂੰ ਪਿਆਰ ਕਰਦੇ ਹੋ? ਤੁਸੀਂ ਮੈਨੂੰ ਪਿਆਰ ਨਹੀਂ ਕਰਦੇ ਹੋ, ਤੁਸੀਂ ਆਪਣੀ ਲੋੜ ਨੂੰ ਕਰ ਰਹੇ ਹੋ। ਜਦੋਂ ਅਸੀਂ ਗੁਰੂ ਨੂੰ ਪਿਆਰ ਕਰਾਂਗੇ, ਰੱਬ ਨੂੰ ਪਿਆਰ ਕਰਾਂਗੇ, ਫਿਰ ਉਹ ਵੀ ਸਾਨੂੰ ਪਿਆਰ ਕਰਨਗੇ। ਬੂਢਾ ਦੁਰਯੋਧਨ ਪਤ ਖੋਈ, ਪਤ ਇੱਜ਼ਤ ਨੂੰ ਕਹਿੰਦੇ ਨੇ। ਬੂਢਾ ਬਣੇ ਡੁੱਬ ਗਿਆ, ਪਾਪ ਮਾਰਿਆ ਗਿਆ। ਦੁਰਯੋਧਨ ਨੂੰ ਹੰਕਾਰ ਸੀ, ਹੰਕਾਰਨ ਕਾਰਨ ਉਹ ਮਾਰਿਆ ਗਿਆ ਅਤੇ ਆਪਣੀ ਇੱਜ਼ਤ ਗਵਾ ਬੈਠਾ। ਰਾਮ ਨਾ ਜਾਣਿਆ ਕਰਤਾ ਸੋਈ, ਉਹਨੂੰ ਪਤਾ ਨਹੀਂ ਲੱਗਾ ਕਿ ਪਰਮਾਤਮਾ ਜਿਹੜਾ ਹੈ ਉਹੀ ਕਰਨ ਵਾਲਾ ਹੈ, ਉਹੀ ਸਭ ਕੁਛ ਕਰਨ ਵਾਲਾ ਹੈ। ਪਰਮਾਤਮਾ ਨੂੰ ਜਾਣਿਆ ਹੀ ਨਹੀਂ ਹੈ, ਹਉਮੈ 'ਚ ਆ ਗਿਆ ਹੈ। ਜਨ ਕੋ ਦੁੱਖ ਪਚੈ ਦੁੱਖ ਹੋਈ, ਜਿਹੜਾ ਪਰਮਾਤਮਾ ਦੇ ਭਗਤ ਨੂੰ ਦੁੱਖ ਦਿੰਦਾ ਹੈ ਉਹ ਆਪ ਹੀ ਖੁਆਰ ਹੁੰਦਾ ਹੈ, ਉਹਨੂੰ ਦੁੱਖ ਹੁੰਦਾ ਹੈ, ਉਹ ਦੁਖੀ ਹੁੰਦਾ ਹੈ। ਜਿਹੜਾ ਪਰਮਾਤਮਾ ਦੇ ਭਗਤ ਨੂੰ ਦੁਖੀ ਕਰਦਾ ਹੈ, ਗੁਰੂ ਮਹਾਰਾਜ ਕਹਿੰਦੇ ਉਹ ਆਪ ਖੁਆਰ ਹੁੰਦਾ ਹੈ, ਉਹ ਦੁਖੀ ਹੁੰਦਾ ਹੈ। ਸੋ ਇਸ ਲਈ ਸਾਧੂਆਂ ਸੰਤਾਂ ਮਹਾਤਮਾ ਨੂੰ ਕੁਛ ਵੱਧ ਘੱਟ ਨਹੀਂ ਬੋਲੀਦਾ ਹੁੰਦਾ। ਨਹੀਂ ਕੋਈ ਚੰਗਾ ਲੱਗਦਾ ਨਾ ਜਾਓ। ਮੰਨ ਲਓ ਮੈਨੂੰ ਇੱਕ ਬੰਦਾ ਚੰਗਾ ਹੀ ਨਹੀਂ ਲੱਗਦਾ ਅਤੇ ਮੈਂ ਜਾ ਕੇ ਕੀ ਕਰਨਾ? ਜਿਵੇਂ ਅਕਾਲੀਆਂ ਨੂੰ ਕਾਂਗਰਸੀ ਨਹੀਂ ਚੰਗੇ ਲੱਗਦੇ, ਕਾਂਗਰਸੀ ਅਕਾਲੀ ਨਹੀਂ ਚੰਗੇ ਲੱਗਦੇ, ਇੱਕ ਦੂਜੇ ਜਲਸੇ 'ਚ ਨਹੀਂ ਜਾਂਦੇ। ਅਕਾਲੀ ਦੇ ਅਕਾਲੀ ਜਾਣਗੇ, ਕਾਂਗਰਸ ਦੇ ਕਾਂਗਰਸੀ ਜਾਣਗੇ, ਚਮਚੇ ਚਮਚੀ ਜਾਣਗੇ ਬਸ। ਕਿਉਂ? ਉਹਨਾਂ ਦੇ ਆਪਸ ਸੁਭਾਅ ਹੀ ਨਹੀਂ ਮੇਲ ਖਾਂਦਾ ਹੈਗਾ। ਇਸ ਲਈ ਕੋਈ ਸੰਤ ਚੰਗਾ ਨਹੀਂ ਲੱਗਦਾ, ਲੋੜ ਹੀ ਨਹੀਂ ਉਹਦੇ ਜਾਣ ਦੀ। ਆਪਣੇ ਘਰ ਬੈਠੋ, ਕੁਛ ਤੁਸੀਂ ਗਏ ਉੱਥੇ, ਤੁਸੀਂ ਕੁਛ ਕਹਿ ਤਾ, ਅੱਗੋਂ ਉਹਨੇ ਕੁਛ ਕਹਿ ਤਾ, ਫਿਰ ਔਖਾ ਹੋ ਜਾਏਗਾ। ਜਨ ਮੇਜੈ ਗੁਰ ਸ਼ਬਦ ਨਾ ਜਾਣੇ, ਰਾਜਾ ਜਨਮੇਜਾ ਹੋਇਆ। ਰਿਸ਼ੀ ਵੇਦ ਵਿਆਸ ਉਹਦਾ ਗੁਰੂ ਸੀ। ਰਿਸ਼ੀ ਕੋਈ ਇੱਕ ਦਿਨ ਗੱਲ ਚੱਲ ਪਈ, ਰਿਸ਼ੀ ਵੇਦ ਵਿਆਸ ਕਹਿੰਦਾ ਜਨਮੇਜਾ ਤੂੰ ਕੋੜ ਨਾਲ ਮਰੇਗਾ। ਕਹਿ ਜੀ ਮੈਨੂੰ ਕੋੜ ਕਿਉਂ ਹੋਵੇਗਾ? ਕਹਿ ਤੂੰ 18 ਬ੍ਰਾਹਮਣਾਂ ਦਾ ਕਤਲ ਕਰੇਗਾ, ਉਹ ਤੈਨੂੰ ਬ੍ਰਹਮ ਹੱਤਿਆ ਦਾ ਦੋਸ਼ ਲੱਗ ਜਾਏਗਾ। ਕਹਿੰਦਾ ਹੁਣ ਨਹੀਂ ਮੈਂ ਕਰਦਾ ਜੀ, ਹੁਣ ਪਤਾ ਲੱਗ ਗਿਆ। ਕਹਿੰਦੇ ਤੂੰ ਕਰੇਗਾ? ਨਾ ਜੀ, ਜਦੋਂ ਪਤਾ ਹੀ ਲੱਗ ਗਿਆ ਫਿਰ ਮੈਂ ਕੋਈ ਮੂਰਖ ਹਾਂ ਮਾਰਾਂਗਾ ਮੈਂ? ਕਹਿੰਦੇ ਜਨਮੇਜਾ ਇਹ ਹੋਣੀ ਹੈ, ਹੋਣੀ ਨਹੀਂ ਟਲਿਆ ਕਰਦੀ, ਹੋਣੀ ਹੋ ਕੇ ਰਹਿੰਦੀ ਹੈ। ਨੌਵੇਂ ਪਾਤਸ਼ਾਹ ਵੀ ਇਸ ਲਈ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ। ਅਣਹੋਣਾ ਕੁਛ ਨਹੀਂ ਹੁੰਦਾ ਜ਼ਿੰਦਗੀ 'ਚ, ਸਾਡੇ ਨਾਲ ਜੋ ਵਾਪਰਦੇ ਹੋਣਾ ਸੀ ਇਹ ਲਿਖਿਆ ਹੁੰਦਾ, ਹੋਊਗਾ ਬਸ, ਅਤੇ ਜੋ ਹੋਣਾ ਉਹ ਫਿਰ ਹੋ ਕੇ ਹੀ ਰਹਿਣਾ। ਅਸੀਂ ਭਜਨ ਬੰਦਗੀ ਕਰਕੇ ਉਹਦੇ ਪ੍ਰਭਾਵ ਨੂੰ ਵਧਾ ਸਕਦੇ ਹਾਂ, ਉਸ ਨੂੰ ਖਤਮ ਨਹੀਂ ਕਰ ਸਕਦੇ ਬਿਲਕੁਲ ਨਾ ਜੀ। ਜੇ ਥੋੜ੍ਹਾ ਸਿਆਣਾ ਹੁੰਦਾ ਪੁੱਛਦੇ ਕੋਈ ਹੱਲ ਦੱਸ ਦਿਓ ਜੀ, ਜੇ ਥੋੜ੍ਹਾ ਸਿਆਣਾ ਹੁੰਦਾ ਵੀ ਹੱਲ ਦੱਸ ਦਿਓ ਜੀ, ਮੈਂ ਇਹ ਗਲਤੀ ਕਰਾਂ ਹੀ ਨਾ, ਜੇ ਕੋਈ ਹੱਲ ਦੱਸੋ ਮੈਨੂੰ ਕੋਈ। ਨਾ ਜੀ ਹੁਣ ਨਹੀਂ ਮੈਂ ਕਰਦਾ। ਕਹਿੰਦੇ ਤੇਰੇ ਲਿਖਿਆ ਹੋਇਆ ਤੂੰ ਕੋੜ ਨਾਲ ਮਰੇਗਾ, ਤੂੰ 18 ਬ੍ਰਾਹਮਣਾਂ ਨੂੰ ਮਾਰੇਗਾ। ਨਹੀਂ ਮੰਨਿਆ,
ਨਾ ਜੀ, ਕਿ ਚੱਲ ਠੀਕ। ਸਮਾਂ ਆਇਆ, ਬਹੁਤ ਵੱਡਾ ਯੱਗ ਕੀਤਾ। ਜਨਮੇਜੇ ਦੀ ਘਰ ਵਾਲੀ ਕਹਿੰਦੀ, ਸਾਰੇ ਪੰਡਤ ਆ ਕੇ ਬਹਿ ਗਏ, ਪੰਗਤੀਆਂ ਬਣ ਗਈਆਂ ਨੇ। ਰਾਣੀ ਕਹਿੰਦੀ ਮੈਂ ਸੇਵਾ ਕਰਨੀ। ਰਾਜਾ ਕਹਿੰਦਾ ਤੂੰ ਕਰ ਲੈ। ਬਾਲਟੀ ਲੈ ਲਈ ਹੈ, ਕੜਛੀ ਲੈ ਲਈ, ਜੋ ਦਾਲ ਸਬਜ਼ੀ ਸੀ ਉਹਦੇ। ਰਾਣੀ ਦੇ ਸਾੜੀ ਪਾਈ ਹੋਈ ਹੈ ਬਹੁਤ ਬਰੀਕ। ਅਮੀਰ ਲੋਕ ਹਮੇਸ਼ਾ ਬਰੀਕ ਕੱਪੜੇ ਪਾਉਂਦੇ ਨੇ, ਗਰੀਬ ਸਰੀਰ ਨਹੀਂ ਵਿਖਾਉਂਦਾ ਆਪਣਾ ਲੋਕਾਂ ਨੂੰ, ਅਮੀਰ ਆਪਣੇ ਸਰੀਰ ਦੀ ਨੁਮਾਇਸ਼ ਕਰਦੇ ਨੇ। ਇਹ ਤਾਂ ਬੀਬੀਆਂ ਥੋੜ੍ਹੇ ਹੌਸਲਾ ਨਹੀਂ ਪੈਂਦਾ, ਐਕਚੁਅਲੀ ਕੱਪੜੇ ਪਾਉਣ ਨੂੰ ਜੀਅ ਨਹੀਂ ਕਰਦਾ ਹੈਗਾ। ਇਹ ਤਾਂ ਬਸ ਇੱਕ ਕੱਛੀ ਅਤੇ ਅੰਗੀ ਪਾ ਕੇ ਖੁਸ਼ ਨੇ, ਬਾਕੀ ਤਾਂ ਐਵੇਂ ਫਿਰ ਰਿਵਾਜ਼ ਜਿਹਾ ਬੜਾ ਪਾਏ। ਹੌਲੀ ਹੌਲੀ ਲਾਈ ਦੇ ਕਿ ਨਹੀਂ, ਆ ਗਏ ਨਾ ਗੋਡਿਆਂ ਤੱਕ, ਬਹੁਤੇ ਪੱਟਾਂ ਤੱਕ ਆ ਗਏ ਨੇ। ਨਿੱਕਰ ਜੀ ਪਾਈ ਦੀ ਜਨਾਨੀਆਂ ਨੇ, ਇੱਕ ਲੜੀ ਜੀ ਕਮੀਜ਼ ਪਾਈ ਹੁੰਦੀ ਹੈ। ਉਹ ਵੀ ਜਿਹੜਾ ਹੈ ਕਿ ਉਹ ਸਾਡਾ ਕਲਚਰ ਥੋੜ੍ਹਾ ਜਿਹਾ ਇਹੋ ਜਿਹਾ ਹੈ, ਨਹੀਂ ਤਾਂ ਉਹ ਵੀ ਲਾ ਦੇਣਗੇ। ਬਰੀਕ ਸਾੜੀ ਪਾਈ ਹੋਈ ਹੈ, ਉੜ ਕੇ ਜਿਹੜਾ ਦਾਲ ਸਬਜ਼ੀ ਵਰਤਾ ਰਹੀ ਹੈ। ਜ਼ੋਰ ਦੀ ਬੁੱਲਾ ਆਇਆ ਹਵਾ ਦਾ, ਸਾੜੀ ਚੱਕੀ ਗਈ, ਨੰਗੀ ਹੋ ਗਈ। ਉਹ ਜਿਹੜੇ ਪੰਡਿਤ ਮੁੰਡੇ ਬੈਠੇ ਸਨ ਉਹ ਹੱਸ ਪਏ। ਉਹ ਰਾਣੀ ਨੂੰ ਚੜ੍ਹਿਆ ਗੁੱਸਾ। ਉਹ ਰਾਜੇ ਨੂੰ ਕਹੇ ਤੂੰ ਬੇਹੂਦਾ ਬੰਦੇ ਸੱਦ ਲੈਣ, ਮੇਰੇ 'ਤੇ ਹੱਸਦੇ ਨੇ। ਰਾਜੇ ਨੇ ਆ ਨਾ ਦੇਖਿਆ ਤਾਂ ਨਾ ਦੇਖ, ਇੱਕ ਨੂੰ ਵੱਢ, ਦੂਜਾ ਵੱਢ, ਤੀਜਾ ਵੱਢ, 18 ਵੱਢੇ ਗਏ, ਬਾਕੀ ਭੱਜ ਭੁੱਜ ਗਏ। ਜਿਵੇਂ 18 ਵੱਢੇ ਗਏ, ਨਾਲ ਦੀ ਨਾਲ ਕੋੜ ਹੋ ਗਿਆ। ਹੁਣ ਪਛਤਾਉਂਦਾ। ਫਿਰ ਰਿਸ਼ੀ ਵੇਦ ਵਿਆਸ ਕੋਲ ਗਿਆ। ਵੇਦ ਵਿਆਸ ਕਹਿੰਦੇ ਅਸੀਂ ਤੈਨੂੰ ਕਿਹਾ ਸੀ ਨਾ ਜਨਮੇਜੇ, ਤੂੰ 18 ਪੰਡਤਾਂ ਦਾ ਕਤਲ ਕਰੇਂਗਾ, ਉਸ ਕਾਰਨ ਤੈਨੂੰ ਕੋੜ ਹੋ ਜਾਣਾ। ਹੋ ਗਿਆ ਨਾ। ਜੇ ਗਲਤੀ ਹੋ ਗਈ ਹੈ ਕਰੋ, ਤੁਸੀਂ ਤਰਲੇ ਤੁਰਲੇ ਕੱਢੀ ਗਿਆ, ਗੁਰੂ ਦਿਆਲੂ ਹੁੰਦਾ। ਕਹਿੰਦੇ ਅੱਛਾ, ਮੈਂ ਤੈਨੂੰ ਮਹਾਭਾਰਤ ਦੀ ਕਥਾ ਸੁਣਾਵਾਂਗਾ, ਪਰ ਇੱਕ ਸ਼ਰਤ ਹੈ, ਤੂੰ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰਨਾ। ਕਹਿੰਦਾ ਨਾ ਜੀ, ਹੁਣ ਕਿੱਥੇ ਜੀ, ਮੈਂ ਤਾਂ ਪਹਿਲੇ ਕੋੜਾ ਕੋੜੀ ਹੋ ਗਿਆ। ਕਹਿੰਦੇ ਵੈਸੇ ਤੂੰ ਕਰੇਗਾ। ਨਾ ਜੀ, ਹੁਣ ਕਿੱਥੇ ਜੀ। ਕਰਦਿਆਂ ਜਦੋਂ ਕਥਾ ਇੱਥੇ ਆਈ ਨਾ ਵੀ ਭੀਮ ਦੇ ਵਿੱਚ ਇੰਨੀ ਤਾਕਤ ਸੀ ਕਿ ਉਹ ਹਾਥੀਆਂ ਦੀ ਪੂਛ ਫੜਦਾ ਸੀ, ਉਹਨਾਂ ਨੂੰ ਘੁਮਾਉਂਦਾ ਸੀ, ਘੁਮਾ ਕੇ ਆਕਾਸ਼ ਸੁੱਟ ਦਿਆ ਕਰਦਾ ਸੀ। ਅੱਜ ਤੱਕ ਹਾਥੀ ਹੇਠਾਂ ਨਹੀਂ ਡਿੱਗੇ। ਕਹਿੰਦੇ ਜਦੋਂ ਕਹਿੰਦਾ ਬਸ ਉੱਥੇ ਹੀ ਕੋੜ ਰਹਿ ਗਿਆ, ਬਾਕੀ ਸਰੀਰ ਤੁਹਾਡੇ। ਕਹਿੰਦਾ ਹੁਣ ਵੇਦ ਵਿਆਸ ਕਹਿੰਦਾ ਬਸ ਤੂੰ ਇਸੇ ਕੋੜ ਨਾਲ ਹੀ ਮਰੇਗਾ, ਅਤੇ ਉਹ ਕੋੜ ਨਾਲ ਹੀ ਮਰਿਆ। ਜਿਹੜਾ ਸਿੱਖ ਵੀ ਗੁਰੂ ਦੀ ਗੱਲ ਨਹੀਂ ਮੰਨਦਾ, ਐਂ ਦੁਖੀ ਹੁੰਦਾ ਰਹਿੰਦਾ ਹੈ। ਗੁਰੂ ਕਾਹਦੇ ਲਈ ਸੰਸਾਰ 'ਚ ਆਏ ਨੇ? ਸਾਨੂੰ ਸੁਖੀ ਕਰਨ ਲਈ ਆਏ ਨੇ। ਪਰਮਾਤਮਾ ਨਹੀਂ ਚਾਹੁੰਦਾ ਮੇਰੇ ਬੱਚੇ ਦੁਖੀ ਹੋਣ, ਇਸ ਲਈ ਪਰਮਾਤਮਾ ਨੇ ਸੰਸਾਰ 'ਤੇ ਸਾਧੂ ਭੇਜਦਾ, ਗੁਰੂ ਭੇਜਦਾ ਸਮੇਂ ਸਮੇਂ 'ਤੇ। ਜਾਓ ਇਹਨਾਂ ਨੂੰ ਸਮਝਾਓ ਤਾਂ ਜੇ ਸੁਖੀ ਹੋ ਜਾਣ। ਪਰ ਗੁਰੂ ਵਾਲੇ ਹੋ ਕੇ ਵੀ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ। ਇੱਕ ਤਾਂ ਗੁਰੂ ਵਾਲੇ ਹੀ ਨਹੀਂ, ਉਹ ਤਾਂ ਨਿਬੜਿਆ ਕੰਮ। ਗੁਰੂ ਵਾਲੇ ਹੋ ਕੇ ਵੀ ਅਸੀਂ ਗੁਰੂ ਦੀ ਗੱਲ ਨਹੀਂ ਮੰਨਦੇ, ਇਸ ਲਈ ਫਿਰ ਦੁਖੀ ਹੁੰਦੇ ਰਹਿੰਦੇ। ਜਿੰਨੇ % ਅਸੀਂ ਗੁਰੂ ਦੀ ਗੱਲ ਮੰਨਾਂਗੇ, ਸਮਝੋ ਉਨੇ % ਹੀ ਸੁਖੀ ਹੋਵਾਂਗੇ, ਬਾਕੀ ਦੁਖੀ ਹੋਵਾਂਗੇ। ਸੋ ਜੇ ਗੁਰੂ ਦੀ ਗੱਲ ਮੰਨ ਲੈਂਦਾ, ਗੁਰੂ ਤੋਂ ਕੋਈ ਹੱਲ ਪੁੱਛ ਲੈਂਦਾ ਵੀ ਕੀ ਹੱਲ ਹੈ ਜੀ, ਚਲੋ ਠੀਕ ਹੈ, ਕਿਸਮਤ 'ਚ ਲਿਖਿਆ ਗਿਆ ਕੋੜ, ਕੋਈ ਕਿਰਪਾ ਕਰੋ। ਉਹ ਕਾਰਨ, ਜਿਸ ਕਾਰਨ ਮੈਨੂੰ ਕੋੜ ਹੋਣਾ, ਉਹ ਕਾਰਨ ਹੀ ਦੂਰ ਕਰ ਦਿਓ। ਪਰ ਨਹੀਂ, ਹਉਮੈ ਸੀ ਵੀ ਹੁਣ ਮੈਨੂੰ ਗਿਆਨ ਹੋ ਗਿਆ, ਹੁਣ ਨਹੀਂ ਮੈਂ ਗਲਤੀ ਕਰਦਾ। ਜਨਮੇਜੈ ਗੁਰ ਸ਼ਬਦ ਨਾ ਜਾਣਿਆ, ਕਿਉਂ ਸੁਖ ਪਾਵੈ ਭਰਮ ਭੁਲਾਣੇ। ਭਰਮ 'ਚ ਪੈ ਗਿਆ ਹੈ, ਭਰਮ 'ਚ ਪੈ ਕੇ ਭੁੱਲ ਗਿਆ, ਸੁੱਖ ਕਿਵੇਂ ਮਿਲੇ।
ਕਿਉਂ ਦੇ ਦੋ ਅਰਥ ਹੁੰਦੇ ਨੇ। ਤੁਸੀਂ ਕਿਉਂ ਲੜ ਰਹੇ ਹੋ, ਵਾਈ ਆਰ ਯੂ ਕੁਆਰਲਿੰਗ। ਦੂਸਰਾ ਹੈ ਕਿਉਂ ਹੋ, ਕਿਸ ਤਰ੍ਹਾਂ। ਕਿਉਂ ਸੁਖ ਪਾਵੇ, ਉਹ ਕਿਸ ਤਰ੍ਹਾਂ ਸੁਖ ਪਾ ਸਕਦਾ ਹੈ, ਉਹ ਤਾਂ ਭਰਮ 'ਚ ਪੈ ਗਿਆ ਹੈ। ਇੱਕ ਤਿਲ ਭੁੱਲੇ ਬਹੁਰ ਪਛਤਾਨੇ। ਇੱਕ ਸੈਕਿੰਡ ਲਈ ਭੁੱਲ ਕਰ ਬੈਠਾ, ਨੱਕ ਮਕਿਆ ਇੰਨੀ ਕਹਿਣਾ, ਕਿੰਤੂ ਕੀਤੀ ਬਸ ਹੁਣ ਵਾਰੀ ਵਾਰੀ ਪਛਤਾਈ ਜਾਂਦਾ, ਪਛਤਾਈ ਜਾ। ਇਸ ਲਈ ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਨੂੰ ਜਾਣਨਾ ਹੈ, ਕੋਸ਼ਿਸ਼ ਕਰਨੀ, ਉਸ 'ਤੇ ਚੱਲਣ ਦੀ ਕੋਸ਼ਿਸ਼ ਕਰਨੀ ਹੈ, ਤਾਂ ਹੀ ਅਸੀਂ ਸੁਖੀ ਹੋ ਸਕਦੇ ਹਾਂ। ਸੰਸਾਰ 'ਚ ਦੁੱਖ ਹੀ ਦੁੱਖ ਨੇ। ਜਿੰਨੇ ਦੁੱਖ ਬਾਹਰਲੇ ਦੇਸ਼ਾਂ 'ਚ ਨੇ, ਇਹਨੇ ਭਾਰਤ 'ਚ ਨਹੀਂ ਹੈਗੇ। ਕਿਤੇ ਤੁਸੀਂ ਕਹੋ ਵੀ ਉਹ ਤਾਂ ਡੇਰੇ ਚੋਰ ਨੇ, ਲੁਟੇਰੇ ਨੇ ਬਾਹਰਲੇ ਦੇਸ਼ਾਂ 'ਚ। ਤਾਂ ਸਾਡੇ ਚੋਰੀਆਂ ਘੱਟ ਨੇ, ਅਮਰੀਕਾ 'ਤੇ ਬਹੁਤ ਜ਼ਿਆਦਾ ਨੇ। ਦੁਕਾਨ 'ਤੇ ਆਉਂਦੇ ਆ, ਚੀਜ਼ ਚੱਕ ਕੇ ਲੈ ਜਾਂਦੇ ਸੀ, ਉਹ ਦੁਕਾਨਦਾਰ ਵੇਖਦੇ ਰਹਿ ਜਾਂਦੇ। ਪਰ ਆਹ ਡੀਜ਼ਲ ਪਾਉਂਦੇ ਉੱਤੇ ਗੈਸ ਪੰਪ ਕਹਿੰਦੇ, ਪੈਟਰੋਲ ਪੰਪ ਨੂੰ ਗੈਸ ਪੰਪ ਪਵਾਉਂਦੇ ਨੇ ਕਾਰ 'ਚ, ਪੈਸੇ ਨਹੀਂ ਦਿੰਦੇ, ਕਾਰ ਭਜਾ ਕੇ ਚਲਾ ਜਾਂਦਾ। ਇਹੋ ਜਿਹੇ ਗੁੰਡੇ ਲੋਕ ਨੇ ਬਾਹਰ। ਆਪਣੇ ਤਾਂ ਫਿਰ ਵੀ ਥੋੜ੍ਹੇ ਬਹੁਤ ਡਰਦੇ ਡਰਦੇ ਹੈਗੇ। ਕਿਉਂ? ਉਹਨਾਂ ਦਾ ਕੋਈ ਨਾ ਕੋਈ ਗੁਰੂ, ਨਾ ਕੋਈ ਪੀਰ, ਨਾ ਗੱਲ, ਨਾ ਕੋਈ ਬਾਤ, ਨਾ ਕਿਹਦਾ ਡਰ ਹੋਵੇ ਕੋਈ। ਆਪਾਂ ਤਾਂ ਫਿਰ ਵੀ ਧਰਮ ਦਾ ਡਰ ਹੁੰਦਾ ਹੈ, ਪਰਮਾਤਮਾ ਦਾ ਡਰ ਹੁੰਦਾ ਹੈ, ਗੁਰੂ ਦਾ ਥੋੜ੍ਹਾ ਬਹੁਤ ਡਰ ਹੁੰਦਾ ਹੈ। ਆਪਾਂ ਥੋੜ੍ਹਾ ਬਹੁਤਾ ਡਰ ਦੇ ਦਈਏ। ਸੋ ਇੱਕ ਸੈਕਿੰਡ ਦੀ ਗਲਤੀ ਕਾਰਨ ਸਾਰੀ ਉਮਰ ਪਛਤਾਉਣਾ ਪੈ ਗਿਆ। ਜਨ ਮੇਜੈ ਗੁਰ ਸ਼ਬਦ ਨਾ ਜਾਣਿਆ। ਜਨ ਮੇਜੇ ਨੇ ਗੁਰੂ ਦੇ ਉਪਦੇਸ਼ ਨੂੰ ਜਾਣਿਆ ਨਾ। ਕਿਉਂ ਸੁਖ ਪਾਵੈ ਭਰਮ ਭੁਲਾਣੇ। ਭਰਮ 'ਚ ਪੈ ਗਿਆ ਕਿ ਹਾਂ ਮੈਨੂੰ ਤਾਂ ਗਿਆਨ ਹੋ ਗਿਆ, ਹੁਣ ਨਹੀਂ ਮੈਂ ਗਲਤੀ ਕਰਦਾ। ਕਿ ਜੇ ਭਰਮ ਹੋ ਗਿਆ ਫਿਰ ਸੁੱਖ ਨਹੀਂ ਮਿਲਦਾ। ਇੱਕ ਤਿਲ ਭੁੱਲੇ, ਸੈਕਿੰਡ ਲਈ ਭੁੱਲ ਕੀਤੀ, ਫਿਰ ਪਛਤਾਈ ਗਿਆ। ਜਨ ਮੇਜੈ ਗੁਰ ਸ਼ਬਦ ਨ ਜਾਣਿਆ। 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 ਕਿਉਂ ਸੁਖ ਪਾਵੈ ਭਰਮ ਭੁਲਾਨਿਆ। 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 ਇੱਕ ਤਿਲ ਭੂਲੇ ਬਹੁਰ ਪਛਤਾਨਿਆ। 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 ਕੰਸ ਕੇਸ ਚਾਂਡੂਰ ਨਾ ਕੋਈ। ਉਹਦਾ ਨਾਂ ਕੰਸ ਸੀ, ਕੰਸੂ ਨਹੀਂ ਪੜ੍ਹਦੇ ਨਾ, ਕੇਸੂ ਨਹੀਂ ਪੜ੍ਹਨਾ। ਕੰਸ ਕੇਸ ਚਾਂਡੂਰ ਨਾ ਕੋਈ। ਰਾਮ ਨਾ ਚੀਨਿਆ ਆਪਣੀ ਪਤ ਖੋਈ। ਕੰਸ ਹੋਇਆ, ਇਹਨੂੰ ਹੰਕਾਰ ਸੀ। ਕੇਸ ਦੇ ਨਾਲ ਹੀ ਦੂਜਾ ਰਾਖਸ਼ ਸੀ ਕੇਸ, ਤੀਜਾ ਚਾਂਡੂਰ ਸੀ। ਪਰਮਾਤਮਾ ਨੇ ਇਹਨਾਂ ਨੇ ਜਾਣਿਆ ਨਹੀਂ ਹੈ, ਹੰਕਾਰ 'ਚ ਆ ਕੇ ਮਾਰੇ ਗਏ, ਆਪਣੀ ਇੱਜ਼ਤ ਗੁਆ ਬੈਠੇ। ਬਿਨ ਜਗਦੀਸ਼ ਨ ਰਾਖੈ ਕੋਈ। ਪਰਮਾਤਮਾ ਤੋਂ ਬਿਨਾਂ ਸਾਨੂੰ ਕੋਈ ਬਚਾ ਹੀ ਨਹੀਂ ਸਕਦਾ ਹੈ। ਧਰਮ ਕਹਿੰਦਾ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਸਾਨੂੰ ਕੋਈ ਮਾਰ ਨਹੀਂ ਸਕਦਾ, ਅਤੇ ਪਰਮਾਤਮਾ ਦੇ ਹੁਕਮ ਤੋਂ ਬਿਨਾਂ ਸਾਨੂੰ ਕੋਈ ਬਚਾ ਨਹੀਂ ਸਕਦਾ। ਮਾਰੈ ਰਾਖੈ ਏਕੋ ਸੋਈ। ਮਾਰਨ ਵਾਲਾ ਅਤੇ ਰੱਖਿਆ ਕਰਨ ਵਾਲਾ ਪਰਮਾਤਮਾ ਹੀ ਹੈ। ਇਹ ਤਾਂ ਸਾਨੂੰ ਵਿਸ਼ਵਾਸ ਨਹੀਂ ਇਸ ਪੰਕਤੀ ਦੇ ਵਿੱਚ, ਇਸ ਲਈ ਅਸੀਂ ਡਰਦੇ ਰਹਿੰਦੇ ਹਾਂ।
ਸਾਡੇ ਡਰ ਦਾ ਕਾਰਨ ਭਰਮ ਹੈ। ਠੀਕ ਹੈ, ਗਿਆਨ ਤੇ ਹੋ ਗਿਆ, ਵਿਸ਼ਵਾਸ ਨਹੀਂ ਹੋ ਰਿਹਾ। ਗਿਆਨ ਉਹੀ ਲਾਭਦਾਇਕ ਹੈ ਜਿਸ 'ਤੇ ਵਿਸ਼ਵਾਸ ਹੋ ਜਾਏ। ਜਿਸ ਗੱਲ 'ਤੇ ਆਪਾਂ ਨੂੰ ਵਿਸ਼ਵਾਸ ਹੋ ਜਾਏ, ਫਿਰ ਆਪਾਂ ਉਸੇ ਤਰ੍ਹਾਂ ਕਰਦੇ, ਫਿਰ ਤਾਂ ਪ੍ਰੈਕਟੀਕਲ ਕਰਦੇ ਵੀ ਆ ਵੇਖੀਏ ਤਾਂ ਸਹੀ, ਦੇਖੀਏ ਤਾਂ ਸਹੀ ਵੀ ਉਹਦੇ ਹੁਕਮ ਤੋਂ ਬਿਨਾਂ ਮੈਨੂੰ ਕੋਈ ਲੁੱਟਦਾ ਕਿ ਨਹੀਂ ਲੁੱਟਦਾ, ਮੇਰੇ ਕੋਈ ਜੇ ਕੁਤਰਦਾ ਕਿ ਨਹੀਂ ਕੁਤਰਦਾ। ਉਹਦੇ ਹੁਕਮ 'ਚ ਹੀ ਹੁੰਦਾ ਸਭ ਕੁਛ। ਜਦੋਂ ਬਾਹਰ ਹੁਕਮ ਨਾ, ਕੋਈ ਗੱਲ ਹੀ ਖਤਮ ਹੋ ਗਈ। ਉਹਦੇ ਹੁਕਮ ਤੋਂ ਬਾਹਰ ਹੈ ਹੀ ਕੋਈ ਨਹੀਂ, ਸਭ ਉਹਦੇ ਹੁਕਮ 'ਚ ਨੇ। ਜੋ ਕੁਛ ਹੋ ਰਿਹਾ ਉਹਦੇ ਹੁਕਮ 'ਚ ਹੋ ਰਿਹਾ ਹੈ। ਬਿਨ ਗੁਰ ਗਰਭ ਨਾ ਮੇਟਿਆ ਜਾਏ। ਹੰਕਾਰ, ਗੁਰੂ ਤੋਂ ਬਿਨਾਂ ਹੰਕਾਰ ਖਤਮ ਹੀ ਨਹੀਂ ਹੁੰਦਾ। ਕਿਉਂ ਗੁਰੂ ਮਹਾਰਾਜ ਗੁਰਮੰਤਰ ਦੇਣਗੇ, ਗੁਰਮੰਤਰ ਦਾ ਜਾਪ ਕਰਾਂਗੇ, ਫਿਰ ਜਾ ਕੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਖਤਮ ਹੁੰਦੇ ਨੇ। ਆਪਣੇ ਆਪ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਹੰਕਾਰ ਕਰਦਾ। ਆਪਣੇ ਆਪ ਨੂੰ ਨਹੀਂ ਪਤਾ ਲੱਗਦਾ ਕਿ ਜਿਹੜੀ ਮੇਰੀ ਗੱਲ ਹੈ, ਗੱਲਬਾਤ 'ਚ ਹਉਮੈ ਹੈ, ਜਾਂ ਮੈਂ ਅਮੀਰੀ 'ਤੇ ਜਾਂ ਸਿਆਣਪ 'ਤੇ ਜਾਂ ਹੋਰ ਗੱਲਾਂ 'ਤੇ ਹਉਮੈ ਕਰਦਾ, ਆਪਣੇ ਆਪ ਨੂੰ ਨਹੀਂ ਪਤਾ ਲੱਗਦਾ। ਇਸ ਲਈ ਗੁਰੂ ਤੋਂ ਬਿਨਾਂ ਗਰਭ ਹੰਕਾਰ ਨੂੰ ਕਦੇ, ਹੰਕਾਰ ਮਿਟਦਾ ਨਹੀਂ ਹੈਗਾ। ਗੁਰਮਤਿ ਧਰਮ ਧੀਰਜ ਹਰਿ ਨਾਇ। ਗੁਰੂ ਦੇ ਮੱਤ 'ਤੇ ਚੱਲਣਾ ਹੀ ਅਸਲ 'ਚ ਧਰਮ ਹੈ। ਮੈਂ ਧਾਰਮਿਕ ਤਾਂ ਹੀ ਹਾਂ ਜੇ ਮੈਂ ਗੁਰੂ ਦੀ ਗੱਲ ਮੰਨਦਾ। ਨਿਰਾ ਗੁਰੂ ਧਾਰਨ ਕਰਨ ਨਾਲ ਗੱਲ ਨਹੀਂ ਬਣਿਆ ਕਰਦੀ, ਜਿੰਨਾ ਚਿਰ ਗੁਰੂ ਦੀ ਗੱਲ ਨਾ ਮੰਨੀ ਜਾਵੇ। ਹੁਣ ਕਹੀ ਜਾਂਦੇ ਨੇ ਸੰਤ ਮਾਤਾ ਦੂਜੇ ਪਾਏ ਗੁਰੂ ਵਾਲੇ ਬਣੋ, ਮੰਨਦਾ ਤਾਂ ਕੋਈ ਹੈ ਨਹੀਂ ਗੁਰੂ ਦੀ। ਜਿਹੜੇ ਗੁਰੂ ਵਾਲੇ ਨੇ ਉਹਨਾਂ ਦੇ ਨਜ਼ਦੀਕ ਜਾ ਕੇ ਵੇਖ ਲਓ ਕਿਹੋ ਜਿਹਾ ਜੀਵਨ ਹੈ। ਜੀਵਨ ਹੀ ਨਹੀਂ ਬਦਲਿਆ, ਕਕਾਰ ਉੱਥੇ ਕੀ ਕਰਨਗੇ। ਵੱਡੀ ਗੱਲ ਜੀਵਨ ਬਦਲਣ ਦੀ ਹੈ। ਅਸੀਂ ਬਹੁਤਾ ਕਿਸੇ ਨੂੰ ਕਹਿੰਦੇ ਨਹੀਂ ਤੁਸੀਂ ਅੰਮ੍ਰਿਤ ਛਕੋ, ਅਸੀਂ ਕਹਿੰਦੇ ਬਾਣੀ ਪੜ੍ਹੋ। ਜਦੋਂ ਬਾਣੀ ਹਿਰਦੇ 'ਚ ਵਸੇਗੀ ਨਾ, ਇਹ ਆਪੇ ਹੀ ਬੰਦਾ ਗੁਰੂ ਵਾਲਾ ਹੋ ਜਾਏਗਾ, ਕਹਿਣ ਦੀ ਲੋੜ ਹੀ ਨਹੀਂ ਇਹਨੂੰ। ਪਹਿਲਾਂ ਤਾਂ ਬੰਦੇ ਨੂੰ ਸੁਧਾਰਨਾ ਹੈ। ਅੰਮ੍ਰਿਤ ਛਕਣ ਨਾਲ ਕੋਈ ਸੁਧਰ ਨਹੀਂ ਜਾਂਦਾ। ਜਿੰਨਾ ਚਿਰ ਮੈਂ ਆਪ ਚੋਰੀ ਛੱਡਣ ਲਈ ਤਿਆਰ ਨਹੀਂ, ਆਪ ਸ਼ਰਾਬ ਛੱਡਣ ਲਈ ਤਿਆਰ ਨਹੀਂ, ਉਹਨਾਂ 'ਚ ਚਾਹੇ ਮੈਂ ਕਿਰਪਾਨ ਪਾਈ ਰੱਖਾਂ, ਚੋਰੀ ਛਿਪੇ ਪੀ ਵੀ ਜਾਵਾਂਗਾ। ਹੁਣ ਗੁਰੂ ਬਾਰੇ ਤਾਂ ਪਤਾ ਵੀ ਇਹਨੇ ਬਸ ਪਾਈ ਹੋਈ ਹੈ। ਜਿਵੇਂ ਇੱਕ ਲੜਕੇ ਨੂੰ ਮੈਂ ਦੇਖਿਆ ਵੀ ਇਹ ਬਾਜ਼ਾਰ 'ਤੇ ਪੈਂਟ ਪੁੰਟ ਪਾ ਕੇ ਫਿਰਦਾ, ਜੋ ਕੀਰਤਨ ਕਰਦਾ ਕਿਰਪਾਨ ਪਾਈ ਹੁੰਦੀ ਹੈ। ਮੈਂ ਉਹਨੂੰ ਪੁੱਛ ਲਿਆ, ਮੈਂ ਤੂੰ ਅੰਮ੍ਰਿਤ ਛਕਿਆ ਹੋਇਆ? ਸੱਚੋ ਸੱਚ ਦੱਸ। ਕਹਿੰਦੇ ਨਾ ਜੀ। ਮੈਂ ਫਿਰ ਜੇ ਮੈਂ ਕੀਰਤਨ ਤੁਸੀਂ ਕਹਿ ਜੋ ਇੰਝ ਸਾਨੂੰ ਕਰਨ ਨਹੀਂ ਦਿੰਦੇ, ਕਹਿ ਤੁਸੀਂ ਨਿਗੋਰੇ ਹੋ, ਅਸੀਂ ਤੁਹਾਨੂੰ ਕੀਰਤਨ ਕਰਨ ਦਿੰਦੇ। ਇਹ ਤਾਂ ਇਸ ਲਈ ਪਰ ਕੇ ਅੱਖੀਂ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ ਹੈ। ਮੈਂ ਨਹੀਂ ਭਾਈ, ਇਸ ਤਰ੍ਹਾਂ ਚੰਗਾ ਨਹੀਂ ਲੱਗਦਾ। ਜੇ ਤੁਸੀਂ ਇਹੀ ਕੰਮ ਕਰਨਾ ਜ਼ਿੰਦਗੀ 'ਚ, ਕੀਰਤਨ ਵਾਲਾ ਕੰਮ ਕਰਨਾ, ਫਿਰ ਤਾਂ ਅੰਮ੍ਰਿਤ ਛਕ ਲਓ। ਕਿਸੇ ਦਿਨ ਕਿਸੇ ਨੂੰ ਪਤਾ ਲੱਗ ਗਿਆ, ਫਿਰ ਤੁਹਾਡੀ ਐਵੇਂ ਬੇਇੱਜ਼ਤੀ ਕੋਈ ਭਰੀ ਸਭਾ 'ਚ ਕਰਦੇ। ਮੰਨ ਲਓ ਗੁਰਦੁਆਰੇ ਤੁਸੀਂ ਹੈਗੇ, ਉੱਥੇ ਪ੍ਰਬੰਧਕ ਹੀ ਤੁਹਾਨੂੰ ਕਹਿੰਦੇ ਭਰੀ ਸਭਾ 'ਚ ਵੀ ਸੱਚ ਸੱਚ ਦੱਸੋ ਗੁਰੂ ਦੀ ਹਾਜ਼ਰੀ 'ਚ ਤੁਸੀਂ ਅੰਮ੍ਰਿਤ ਛਕਿਆ ਕਿ ਨਹੀਂ ਛਕਿਆ? ਤੁਹਾਨੂੰ ਕਹਿਣਾ ਪੈਣਾ ਨਹੀਂ ਛਕਿਆ, ਫਿਰ ਤੋਏ ਕੋਈ ਫਾਇਦਾ ਨਹੀਂ ਹੈਗਾ। ਪਖੰਡ ਨਹੀਂ ਜ਼ਿੰਦਗੀ 'ਚ ਕਰੀ ਤੇ। ਜੇ ਨਈ ਚੀਜ਼ ਪਸੰਦ ਹੈ ਛੱਡ ਦਿਓ, ਨਾ ਕਰੋ। ਸੋ ਗੁਰੂ ਮਹਾਰਾਜ ਕਹਿੰਦੇ ਗੁਰਮਤਿ ਧਰਮ। ਅਸਲ ਗੁਰੂ ਦੀ ਮੱਤ ਹੀ ਧਰਮ ਹੈ। ਧੀਰਜ ਹਰਿ ਨਾਇ। ਹਰੀ ਦੇ ਨਾਮ ਦੇ ਵਿੱਚ ਧੀਰਜ ਹੈ, ਸਬਰ ਸੰਤੋਖ ਹੈ। ਸਬਰ ਸੰਤੋਖ ਪਰਮਾਤਮਾ ਦੇ ਨਾਮ ਤੋਂ ਬਿਨਾਂ ਨਹੀਂ ਆਇਆ ਕਰਦਾ। ਗੁਰੂ ਦੀ ਮੱਤ ਧਾਰਨ ਕੀਤੇ ਬਿਨਾਂ ਅਸੀਂ ਧਰਮੀ ਲੋਕ ਨਹੀਂ ਹੋ ਸਕਦੇ। ਨਾਨਕ ਨਾਮ ਮਿਲੈ ਗੁਣ ਗਾਏ। ਗੁਰੂ ਜਿਸ ਨਾਮ ਦੀ ਪ੍ਰਾਪਤੀ ਹੋਏ ਦੇ ਗੁਰੂ ਤੋਂ, ਫਿਰ ਉਹ ਪਰਮਾਤਮਾ ਦੇ ਗੁਣ ਗਾਉਂਦਾ ਹੈ। ਬਿਨ ਗੁਰ ਗਰਭ ਨ ਮੇਟਿਆ ਜਾਏ,
ਬਿਨ ਗੁਰ ਗਰਬ ਨ ਮੇਟਿਆ ਜਾਏ। ਬਿਨ ਗੁਰ ਗਰਬ ਮੇਟਿਆ ਜਾਏ। ਬਿਨ ਗੁਰ ਗਰਬ ਨ ਮੇਟਿਆ ਜਾਏ। ਗੁਰਮਤਿ ਧਰਮ ਧੀਰਜ ਹਰ ਨਾਏ। 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 ਨਾਨਕ ਨਾਮ ਮਿਲੈ ਗੁਣ ਗਾਏ। 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 ਇਹ ਵਿਚਾਲੜੀ ਲਾਈਨ 'ਚ ਨਾਏ ਸ਼ਬਦ ਹੈ। ਇਹਦੇ ਦੋ ਉਚਾਰਨ ਨੇ, ਨਾਏ ਨਾਏ। ਫਾਰਸੀ ਦੇ ਵਿੱਚ ਇਹਦਾ ਉਚਾਰਨ ਹੈ ਨਾਏ। ਪੰਜਾਬੀ 'ਚ ਹਿੰਦੀ ਦਾ ਉਚਾਰਨ ਹੈ ਨਾਈ। ਹੁਣ ਤੁਕਾਂਤ ਮਿਲਾਉਣੇ। ਤੁਕਾਂਤ ਦੇ ਵਿੱਚ ਹੈ ਗਰਭ ਨਾ ਮੇਟਿਆ ਜਾਏ, ਨਾਨਕ ਨਾਮ ਮਿਲੇ ਗੁਣ ਗਾਏ। ਇਸ ਲਈ ਤੇ ਫਿਰ ਨਾਏ ਠੀਕ ਜੁੜੇਗਾ। ਜੋ ਤੁਕਾਂਤ ਜੋੜਨ ਲਈ ਫਿਰ ਫਾਰਸੀ ਦਾ ਸ਼ਬਦ ਵਿੱਚ ਉਚਾਰਨ ਵਰਤਿਆ ਜਾ ਸਕਦਾ ਹੈ। ਸੋ ਉਚਾਰਨ ਹੋ ਗਏ ਗਰਭ ਨਾ ਬਿਨ ਗੁਰ ਗਰਭ ਨ ਮੇਟਿਆ ਜਾਏ। ਗੁਰਮਤਿ ਧਰਮ ਧੀਰਜ ਹਰ ਨਾਏ। ਨਾਨਕ ਨਾਮ ਮਿਲੈ ਗੁਣ ਗਾਏ। ਗੌੜੀ ਮਹਿਲਾ ਪਹਿਲਾ। ਇਹ ਜਾਂ ਤੈਨੂੰ ਮਹਿਲਾ ਬੋਲਣਾ, ਮਹੈਲਾ ਨਹੀਂ ਬੋਲਣਾ। ਇਹ ਬਹੁਤੇ ਹਾਹੇ ਨੂੰ ਦਿਲਾਵੇਂ ਬੋਲ ਦਿੰਦੇ ਨੇ। ਉਹਦੇ ਜੇ ਨਹੀਂ ਬੋਲਣਾ ਤਾਂ ਮਹੱਲਾ ਬੋਲ ਲਓ ਜਾਂ ਮਹਿਲਾ ਬੋਲੋ, ਮੰਮੀ ਨੂੰ ਦਿਲਾਵਾਂ। ਹਾਹੇ ਤੋਂ ਪਹਿਲਾ ਅੱਖਰ ਮੁਕਤਾ ਹੋਵੇ ਤਾਂ ਉਹਨੂੰ ਦਿਲਾਵਾਂ ਲੱਗਦੀ। ਮੰਮੀ ਨੂੰ ਦਿਲਾਵਾਂ ਲੱਗੀਆਂ ਕੀ ਬਣ ਗਿਆ? ਮਹਿਲਾ। ਇਹਨੂੰ ਮਹੈਲਾ ਨਹੀਂ ਬੋਲਣਾ। ਮੈਂ ਕਈਆਂ ਤੋਂ ਇਸ ਤਰ੍ਹਾਂ ਸੁਣਦਾ। ਉਸ ਤੋਂ ਠੀਕ ਨਹੀਂ ਬੋਲਣਾ ਹੁੰਦਾ। ਮਹੱਲਾ ਸਿੱਧੀ ਸਾਰੀ ਦੁਨੀਆ ਨੂੰ ਬੋਲਣਾ ਹੁੰਦਾ। ਗੌੜੀ ਮਹੱਲਾ ਪਹਿਲਾ। ਚੋਆ ਚੰਦਨ ਅੰਕ ਚੜ੍ਹਾਵੂੰ, ਪਾਟ ਪਟੰਬਰ ਪਹਿਰ ਹੰਡਾਵੂੰ, ਬਿਨ ਹਰ ਨਾਮ ਕਹਾ ਸੁਖ ਪਾਵੂੰ। ਇਹਨੂੰ ਕਹਾ ਨਹੀਂ ਪੜ੍ਹਨਾ। ਕਹਾ ਹੁੰਦਾ ਕਿੱਥੇ, ਕਹਾ ਹੁੰਦਾ ਕਿਵੇਂ। ਇੱਥੇ ਕਿਵੇਂ ਤੋਂ ਭਾਵ ਹੈ ਬਿਨ ਹਰ ਨਾਮ ਕਹਾ ਸੁਖ ਪਾਵੂੰ। ਹਰੀ ਦੇ ਨਾਮ ਤੋਂ ਬਿਨਾਂ ਮੈਂ ਕਿਵੇਂ ਸੁਖ ਪਾ ਸਕਦਾ ਹਾਂ। ਇਸ ਲਈ ਜੇ ਕਹਾਂ ਪੜੋਗੇ ਉਹਦਾ ਅਰਥ ਹੋ ਜਾਏਗਾ ਕਿੱਥੇ। ਆਪ ਕਹਾਂ ਗਏ ਥੇ, ਆਪ ਕਹਾਂ ਜਾ ਰਹੇ हैं। ਦੂਸਰਾ ਹੁੰਦਾ ਕਹਾਂ ਆਖਾਂ। ਕੁਦਰਤ ਕਵਨ ਕਹਾਂ ਵਿਚਾਰ। ਉੱਥੇ ਆਖਾਂ ਦਾ ਭਾਵ ਹੈ। ਕਹਾਂ ਮੈਨੇ ਆਖਾਂ ਅਤੇ ਕਹਾਂ ਮੈਨੇ ਕਿੱਥੇ। ਕਹਾ ਦਾ ਮਤਲਬ ਕਿਵੇਂ, ਕਿਉਂ, ਕਿਸ ਤਰ੍ਹਾਂ। ਕਹਾ ਦਾ ਅਰਥ ਹੈ ਕਿਹਾ। ਇੱਕ ਤਾਂ ਕਿਹਾ, ਉਸਨੇ ਕਹਾ, ਕਿਹਾ। ਦੂਸਰਾ ਅਰਥ ਹੈ ਕਿਵੇਂ, ਕਿਉਂ, ਕਿਸ ਤਰ੍ਹਾਂ। ਇੱਥੇ ਇਸ ਨੂੰ ਪੜ੍ਹਨਾ ਕਹਾ। ਚੋਆ ਚੰਦਨ ਅੰਕ ਚੜ੍ਹਾਵੂੰ। ਚੋਆ ਜਿਹਨੂੰ ਅੱਜ ਕੱਲ੍ਹ ਅੰਗਰੇਜ਼ੀ ਕਹਿੰਦੇ ਸੈਂਟ, ਅਤਰ ਕਹਿੰਦੇ ਨੇ। ਚੋਆ ਅਤਰ ਨੂੰ ਕਹਿੰਦੇ ਨੇ। ਜੇ ਕਿਤੇ ਆਪਣੇ ਸਰੀਰ 'ਤੇ ਅਤਰ ਵੀ ਲਾਵਾਂ, ਚੰਦਨ ਦਾ ਲੇਪ ਵੀ ਕਰਾਂ। ਪਾਟ ਪਟੰਬਰ, ਪਾਟ ਪਟੰਬਰ ਰੇਸ਼ਮੀ ਕੱਪੜੇ ਪਹਿਰ ਹੰਡਾਵਾਂ, ਇਹਨਾਂ ਪਹਿਰਾਂ ਹੰਡਾਵਾਂ। ਬਿਨ ਹਰ ਨਾਮ ਕਹਾ ਸੁਖ ਪਾਵਾਂ। ਪਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਨੂੰ ਸੁੱਖ ਨਹੀਂ ਮਿਲ ਸਕਦਾ। ਇਹ ਚੂਆ ਚੰਦਨ ਲਾਉਣ 'ਚ ਸੁੱਖ ਨਹੀਂ ਹੈਗਾ। ਰੇਸ਼ਮੀ ਕੱਪੜੇ ਪਾਉਣ 'ਚ ਸੁੱਖ ਨਹੀਂ ਹੈ। ਸੁੱਖ ਤੇ ਪਰਮਾਤਮਾ ਦੇ ਨਾਮ ਵਿੱਚ ਹੈ। ਕੱਪੜੇ ਤਾਂ ਐਕਚੁਅਲੀ ਸਰੀਰ ਨੂੰ ਢੱਕਣ ਲਈ ਬਣੇ ਸਨ। ਜਦੋਂ ਕੱਪੜਾ ਨਹੀਂ ਸੀ ਹੋਇਆ ਕਰਦਾ,
ਉਦੋਂ ਦਰਖਤਾਂ ਦੇ ਪੱਤਿਆਂ ਨਾਲ ਆਪਣਾ ਨਿਗਾਹ ਢੱਕਿਆ ਕਰਦੇ, ਬਾਕੀ ਸਾਰਾ ਸਰੀਰ ਨੰਗਾ ਰਹਿੰਦਾ ਸੀ। ਦਰਖਤ ਦੇ ਪੱਤਿਆਂ ਨਾਲ ਆਪਣਾ ਅੱਗਾ ਅਤੇ ਪਿੱਛਾ ਜਿਹੜੇ ਲੱਕ ਕੋਲ ਢੱਕ ਲਿਆ ਕਰਦੇ ਸਨ। ਬਸ ਹੌਲੀ ਹੌਲੀ ਫਿਰ ਜਦੋਂ ਸਤਯੁਗ ਆਇਆ, ਜਿਹਨੂੰ ਸਤਯੁਗ ਅਸਲ 'ਚ ਕਹਿੰਦੇ ਨੇ, ਜਿਹਨੂੰ ਅੱਜ ਕੱਲ੍ਹ ਤੁਸੀਂ ਕਲਯੁਗ ਕਹਿੰਦੇ, ਕਲਯੁਗ ਕੋਈ ਮਾੜਾ ਯੁੱਗ ਨਹੀਂ, ਮਸ਼ੀਨਰੀ ਯੁੱਗ ਹੈ। ਕਲ ਮਸ਼ੀਨ ਨੂੰ ਕਹਿੰਦੇ ਨੇ। ਆਮ ਤੌਰ 'ਤੇ ਆਪਾਂ ਕਲਯੁਗ ਮਾੜਾ ਯੁੱਗ ਕਹਿੰਦੇ ਹਾਂ। ਜਿੰਨੀ ਐਸ਼ ਆਪਾਂ ਕਰ ਰਹੇ ਹਾਂ, ਪਹਿਲਾਂ ਕੀ ਸੁਆਸਨ ਸ਼ਹਿਨਸ਼ਾਹ ਕਿੰਨਾ ਅਮੀਰ ਸੀ, ਉਹਨੇ ਵਿਚਾਰੇ ਪੱਖੇ ਝੱਲਣ ਵਾਲੇ ਰੱਖੇ ਹੋਏ ਸਨ। ਅੱਜ ਤਾਂ ਗਰੀਬ ਤੋਂ ਗਰੀਬ ਬੰਦਾ ਸ਼ਹਿਨਸ਼ਾਹ ਤੋਂ ਉੱਪਰ ਹੈ ਜੀ, ਸ਼ਹਿਨਸ਼ਾਹ ਤੋਂ ਉੱਪਰ ਹੈ। ਆਪ ਪਿਛਲੇ 30-40 ਸਾਲਾਂ 'ਚ ਇੰਨੀ ਤਰੱਕੀ ਸਾਇੰਸ ਨੇ ਕੀਤੀ ਹੈ, ਸਾਡੀ ਜ਼ਿੰਦਗੀ ਹੀ ਬਦਲ ਕੇ ਰੱਖਦੀ ਹੈ। ਜਿਹੜੇ ਮੇਰੀ ਉਮਰ ਦੇ ਬੈਠੇ ਆ, ਛੋਟੀ ਉਮਰ ਜੋ ਕੰਮ ਕਰਨੇ ਪੈਂਦੇ ਸਨ ਹੱਥਾਂ ਨਾਲ, ਹੁਣ ਤਾਂ ਗੱਲਾਂ ਹੀ ਕੋਈ ਨਹੀਂ ਰਹੀਆਂ। ਹਾਂਜੀ, ਆਹ ਮਸ਼ੀਨ ਆ ਗਈ ਹੈ। ਪਹਿਲਾਂ ਡੰਡਿਆਂ ਨਾਲ ਕੱਪੜੇ ਕੁੱਟੀ ਜਾਣੇ। ਹਾਂਜੀ, ਸਭ ਲਾ ਫਿਰ ਗੋਲ ਜਿਹੇ ਡੰਡੇ ਜਾਂ ਥਾਪੀ ਜਿਹੀ ਹੁੰਦੀ ਕੋਈ ਚੌੜੇ। ਫਿਰ ਜਿਹੜਾ ਹੈ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਆ ਗਈਆਂ। ਆਪ 'ਚ ਨਿਚੋੜਨੇ ਪੈਂਦੇ, ਧੋਤੇ ਨੇ ਫਿਰ ਨਿਚੋੜਨੇ ਪੈਂਦੇ, ਸੁਕਾਉਣੇ ਪੈਂਦੇ। ਫਿਰ ਹੋਰ ਮਸ਼ੀਨਾਂ ਆ ਗਈਆਂ, ਨਿਚੋੜਨ ਵਾਲੀਆਂ ਵੀ ਆ ਗਈਆਂ, ਪਰ ਸੁਕਾਉਣਾ ਫਿਰ ਵੀ ਪੈਂਦਾ ਸੀ। ਅੱਜ ਕੱਲ੍ਹ ਸੁਕਾਉਣ ਵਾਲੇ ਵੀ ਆ ਗਏ। ਇੱਕ ਪਾਸੇ ਕੱਪੜਾ ਪਾਓ, ਬਾਹਰ ਸੁੱਕਾ ਹੀ ਨਿਕਲਦਾ। ਅਜੇ ਇੱਥੋਂ ਤੱਕ ਅਸੀਂ ਪਹੁੰਚੇ ਹਾਂ, ਫੋਰਨ ਕੰਟਰੀ ਦੇ ਪ੍ਰੈਸ ਕੀਤੇ ਬਾਹਰ ਨਿਕਲਦੇ ਨੇ। ਚਲੋ ਜੀ, ਇੱਕ ਪਾਸੇ ਪਾਓ, ਦੂਜੇ ਪਾਸੇ ਪ੍ਰੈਸ ਕੀਤੇ ਨਿਕਲਦੇ ਨੇ। ਇੱਕ ਪਾਸੇ ਕੱਪੜੇ ਇੱਕ ਜੂਠੇ ਭਾਂਡੇ ਮਸ਼ੀਨ 'ਚ ਪਾਓ, ਦੂਜੇ ਪਾਸੇ ਸਾਫ ਸੁੱਕੇ ਹੋਏ, ਇਹ ਨਹੀਂ ਗਿੱਲੇ ਬਾਹਰ ਨਿਕਲਣਗੇ ਨਾ, ਐਨ ਸੁੱਕੇ ਹੋਏ ਬਾਹਰ ਨਿਕਲੇ। ਆ ਲਓ ਜੀ, ਲੋੜ ਹੀ ਹੱਥਾਂ ਨਾਲ ਕੁਛ ਕਰਨ ਦੀ। ਆ 35,000 ਦੀ ਕੱਪੜੇ ਧੋਣ ਵਾਲੀ ਮਸ਼ੀਨ ਹੁੰਦੀ ਹੈ, ਬਾਹਰ ਸੁੱਕੇ ਕੱਢਦੀ ਹੈ। ਪਾ ਦੇ ਇੱਕ ਪਾਸੇ, ਬਸ ਸਭ ਕੁਛ ਆਪੇ ਹੀ ਹੋ ਜਾਣਾ, ਬਾਹਰ ਸੁੱਕੇ ਲਓ ਜੀ। ਕਿੰਨੀ ਤਰੱਕੀ ਹੈ। ਇਹ ਕਿੱਥੇ ਮਾੜਾ ਹੈ? ਇਹ ਤਾਂ ਸਾਡੇ ਜੀਵਨ ਨੂੰ ਸਵਰਗ ਬਣਾਇਆ। ਅਸਲ ਤਾਂ ਸਤਿਯੁਗ ਹੁਣ ਹੈ, ਇਹਨੂੰ ਚਾਹੇ ਸਵਰਗ ਦਾ ਕਦੋਂ, ਇਹ ਸਵਰਗ ਯੁੱਗ। ਮੈਂ ਤੈਨੂੰ ਸਵਰਗ ਕਿਹਾ ਕਰਦਾ। ਬਚਪਨ 'ਚ ਨਰਕ ਭੋਗ ਲਿਆ, ਕਿਉਂ? ਸੁੱਖ ਸੁਵਿਧਾ ਹੀ ਕੋਈ ਨਹੀਂ ਸੀ, ਕੋਈ ਸੁੱਖ ਸੁਵਿਧਾ ਹੀ ਕੋਈ ਨਹੀਂ ਸੀ। ਗਰਮੀਆਂ ਦਾ ਮੌਸਮ ਹੈ, ਛੱਤ 'ਤੇ ਪਏ ਹਾਂ ਜੀ, 2.5 ਕੜੀਆਂ ਪੈ ਗਈਆਂ, ਹੇਠਾਂ ਉਤਰੋ ਜੀ। ਹੇਠਾਂ ਉਤਰੇ, ਕੜੀਆਂ ਬੰਦ ਹੋ ਗਈ ਜੀ, ਉਹ ਸਗੋਂ ਗੁੰਮ ਲੱਗ ਗਿਆ। ਫਿਰ ਉੱਪਰ ਚੜ੍ਹੋ ਜੀ, ਉੱਪਰ ਚੜ੍ਹੇ, ਫਿਰ 2.5 ਕੜੀਆਂ ਪੈ ਗਏ, ਫਿਰ ਹੇਠਾਂ ਉਤਰੇ। ਕਈ ਵਾਰੀ ਸਾਰੀ ਰਾਤ ਹੀ ਲੱਗ ਜਾਂਦੀ ਸੀ, ਸਵੇਰੇ ਵਾਸੀਆਂ ਲਈ ਜਾਣੀਆਂ ਨੇ। ਹੁਣ ਕਿਹੜਾ ਛੱਤ 'ਤੇ ਸੌਂਦਾ, ਸਭ ਸਹੂਲਤਾਂ ਹੇਠਾਂ ਹੋ ਗਈਆਂ ਨੇ। ਹਾਂਜੀ, ਸੋ ਇਸ ਲਈ ਠੀਕ ਹੈ, ਪਹਿਲਾਂ ਜੋ ਮਰਜ਼ੀ ਕਹੀ, ਜੋ ਸਤਿਯੁਗ ਇਹ ਹੁੰਦਾ ਸੀ, ਉਹਦਾ ਫਲਾਣਾ ਹੁੰਦਾ ਸੀ, ਕੋਈ ਯੋਗ ਯੱਗ ਨਹੀਂ। ਇਹ ਸਾਡੀ ਸੋਚ, ਸਾਡੇ ਉਸ ਤਰ੍ਹਾਂ ਦੇ ਨੇ। ਹਾਂ, ਜਿਹੋ ਜਿਹੀ ਸਾਨੂੰ ਸੁੱਖ ਸਹੂਲਤਾਂ ਆਉਂਦੀਆਂ, ਉਹਦੇ ਅਨੁਸਾਰ ਕਰਦੇ ਹਨ। ਕੁੱਲ 10,000 ਸਾਲ ਹੋਏ ਨੇ ਅੱਗ ਦੀ ਕਾਢ ਨਿਕਲਿਆ ਅਤੇ ਇਹ ਫਸਲ ਦੀ ਕਾਢ ਨਿਕਲਿਆ। ਉਦੋਂ ਪਹਿਲਾਂ ਕੱਚਾ ਮਾਸ ਖਾਂਦੇ ਸਨ। ਕਾਹਦਾ ਸਤਿਯੁਗ ਹੈ ਜੀ? ਕਹੀ ਜੋ ਜੀ, ਬੜਾ ਰੋਜ਼ ਕੱਚਾ ਮਾਸ ਖਾ ਕੇ ਗੁਜ਼ਾਰਾ ਕਰਦੇ। ਕੱਪੜਾ ਕੋਈ ਹੈ ਹੀ ਨਹੀਂ, ਕੱਪੜੇ ਦੀ ਕਾਢ ਹੀ ਨਹੀਂ ਸੀ ਨਿਕਲੀ, ਨੰਗੇ ਫਿਰੀ ਜਾਓ ਜੀ ਗਰਮੀਆਂ ਸਰਦੀਆਂ ਜੀ। ਇਹ ਤਾਂ ਜਦੋਂ ਅੱਗ ਦੀ ਕਾਢ ਨਿਕਲੀ, ਪਹੀਏ ਦੀ ਕਾਢ ਨਿਕਲੀ, ਫਸਲਾਂ ਬੀਜਣੀਆਂ ਸ਼ੁਰੂ ਹੋਈਆਂ। ਅਸਲ ਤਾਂ ਉਦੋਂ ਹੋਇਆ ਗੱਲ। ਆਹ 35 ਕੁ ਸਾਲਾਂ ਪਹਿਲਾਂ ਜਿਹੜਾ ਸੀ, ਆਹ ਜਿਹੜੀ ਸੀ ਸਿੰਧ ਘਾਟੀ ਦੀ ਸੱਭਿਅਤਾ, ਇਹ ਸੀ ਉਦੋਂ। ਜਿਵੇਂ ਸਾਡੇ ਤ੍ਰਿਪੜੀ ਦੀਆਂ ਸੜਕਾਂ ਨੇ ਨਾ, ਚੌੜੀਆਂ ਚੌੜੀਆਂ, ਕਿੱਡਾ ਚੌੜਾ ਬਾਜ਼ਾਰ, ਐਂ ਚੌੜੇ ਹੋਇਆ ਕਰਦੇ ਸਨ। ਉਦੋਂ ਜਾ ਕੇ ਸ਼ੁਰੂ ਹੋਇਆ। ਪਹਿਲਾਂ ਤਾਂ ਐਵੇਂ ਸੀ, ਬਸ ਕੁਛ ਨਹੀਂ ਸੀ। ਵਡਿਆਈ ਜਿੰਨਾ ਮਰਜ਼ੀ ਜਾ, ਫਲਾਣਾ ਯੋਗੀ ਸੀ, ਵਧੀਆ ਸੀ, ਅਸੀਂ ਵਧੀਆ ਸੀ। ਸੋ ਨਾਮ ਤੋਂ ਬਿਨਾਂ ਬਾਕੀ ਭਾਵੇਂ ਸਾਰੀਆਂ ਸਹੂਲਤਾਂ ਨੇ, ਪਰ ਫਿਰ ਹੀ ਬੰਦਾ ਦੁਖੀ ਹੈ। ਸਾਰੀਆਂ ਸਹੂਲਤਾਂ ਦੇ ਬਾਵਜੂਦ ਵੀ ਰੋਜ਼ ਮੇਰੇ ਕੋਲ ਕਿੰਨੇ ਹੀ ਆ ਜਾਂਦੇ ਨੇ। ਇੱਕ ਤਾਂ ਮੈਂ ਇਸ ਨਤੀਜੇ 'ਤੇ ਪਹੁੰਚਿਆ ਬਈ ਜਿਉਂ ਹੀ ਵਿਆਹ ਹੋਇਆ ਦੁੱਖ ਸ਼ੁਰੂ ਹੋ ਗਏ। ਬਸ ਮਾਂ ਪਿਓ ਲਈ ਵੀ ਅਤੇ ਜਿਹਨੇ ਵਿਆਹ ਕਰਿਆ ਉਹਦੇ ਲਈ ਵੀ। ਜਿੰਨਾ ਚਿਰ ਕੁਆਰਾ ਸੀ, ਮਾਂ ਪਿਓ ਵੀ ਸੁਖੀ ਸਨ, ਉਹ ਵੀ ਸੁਖੀ ਸੀ। ਉਸ ਤੋਂ ਬਾਅਦ ਦੁੱਖ ਸ਼ੁਰੂ ਹੋ ਗਏ। ਬਸ ਸਾਰੇ ਵਿਆਹ ਹੀ ਮੇਰੇ ਕੋਲ ਆਉਂਦੇ ਨੇ।
ਕੁਆਰੇ ਨੂੰ ਹੱਸ ਛੱਡਦਾ, ਮੈਂ ਰਹਿ ਹੋਏ ਜਿੰਨਾ ਚਿਰ ਕੁਆਰਾ ਰਹੇਗਾ ਉਹਨਾਂ ਚਿਰ ਸੁਖੀ ਹੈ, ਫਿਰ ਤੂੰ ਮੇਰੇ ਕੋਲ ਆ ਜਾਣਾ, ਹਾਂ ਕੀ ਲੈਣਾ ਤੇ ਹੱਸੀ ਦੌੜ। ਮੈਨੂੰ ਪਤਾ ਵੀ ਇਹ ਇੱਕ ਐਸੀ ਚੀਜ਼ ਹੈ, ਇਹ ਮਥੁਰਾ ਦੇ ਪੇੜੇ ਨੇ, ਵਿਆਹ ਮਥੁਰਾ ਦੇ ਪੇੜੇ ਨੇ। ਜਿਹੜਾ ਖਾਏ ਉਹ ਵੀ ਪਛਤਾਏ, ਜਿਹੜਾ ਨਾ ਖਾਏ ਉਹ ਵੀ ਪਛਤਾਏ, ਜਿਹੜਾ ਵਿਆਹ ਕਰਾਂਦਾ ਉਹ ਵੀ ਪਛਤਾਉਂਦਾ। ਜਦ ਬਾਣੀ ਜੇ ਬਾਬਾ ਫਰੀਦ ਜੀ ਕਹਿ ਗਏ ਫਰੀਦਾ ਜਾਂ ਕੁਆਰੀ ਤਾਂ ਚਾਓ, ਕੁਆਰੀ ਚਾਹ ਸੀ ਆਹ ਵਿਆਹ ਹੋਵੇ, ਵਿਵਾਹੀ ਤਾਂ ਮਾਮਲੇ, ਜੇ ਵਿਆਹ ਹੋ ਗਏ ਫਿਰ ਸਿਆਪੇ ਖੜੇ ਹੋ ਗਏ। ਹੁਣ ਸਿਆਪਾ ਤੇ ਹੈ ਫਰੀਦਾ ਇਹਾ ਪਛਤਾਓ ਵੱਤ ਕੁਆਰੀ ਨਾ ਥੀਏ। ਹੁਣ ਪਛਤਾਵਾ ਤਾਂ ਇਸ ਗੱਲ ਦਾ ਕਿ ਦੁਬਾਰਾ ਕੁਆਰੇ ਨਹੀਂ ਹੋਇਆ ਜਾ ਸਕਦਾ। ਇਸ ਲਈ ਮੈਂ ਦੇਖਿਆ ਇੰਨੇ 16 ਸਾਲਾਂ ਤੋਂ ਲੋਕ ਆ ਰਹੇ ਮੇਰੇ ਕੋਲ, ਮੈਂ ਦੇਖਿਆ ਕੁਛ ਨਹੀਂ ਯਾਰ, ਲੋਕ ਤਾਂ ਬੜੇ ਦੁਖੀ ਨੇ। ਸਾਰੀਆਂ ਸਹੂਲਤਾਂ ਹੋਣ ਦੇ ਬਾਵਜੂਦ ਹੀ, ਕਾਰਾਂ ਕੋਲ ਨੇ, ਕੋਠੀਆਂ ਕੋਲ ਨੇ, ਧਨ ਦੌਲਤ ਵੀ ਕੋਲ ਹੈ, ਫਿਰ ਬੰਦੇ ਦੁਖੀ ਫਿਰੀ ਜਾਂਦੇ। ਇਹਦੇ ਨਾਮ ਜਪਿਆ ਕਰੋ ਤਾਂ ਹੀ ਕੋਈ ਗੱਲ ਬਣੇਗੀ। ਸੋ ਤਾਂ ਕਹਿੰਦੇ ਬਿਨ ਜਗਦੀਸ਼ ਕਹਾ ਸੁਖ ਭਾਲਾ, ਕਹਾ ਉੱਪਰ ਸੇ ਬਿਨ ਹਰ ਨਾਮ ਕਹਾ ਸੁਖ ਪਾऊँ। ਹਰੀ ਦੇ ਨਾਮ ਤੋਂ ਬਿਨਾਂ ਕਹਿੰਦੇ ਮੈਨੂੰ ਕਿਵੇਂ ਸੁੱਖ ਮਿਲ ਸਕਦਾ ਹੈ। ਭਾਵੇਂ ਸੈਂਟ ਲਾ ਲਾਂ, ਚੰਦਨ ਲਾ ਲਾਂ, ਰੇਸ਼ਮੀ ਕੱਪੜੇ ਪਾ ਲਾਂ, ਪਰ ਜੇ ਮੈਂ ਨਾਮ ਨਹੀਂ ਨਾ ਜਪਦਾ, ਇਹਨਾਂ ਚੀਜ਼ਾਂ ਨੇ ਮੈਨੂੰ ਸੁੱਖ ਨਹੀਂ ਦੇਣਾ। ਕਿਆ ਪਹਿਰੂੰ ਕਿਆ ਓੜ ਦਿਖਾऊँ ਬਿਨ ਜਗਦੀਸ਼ ਕਹਾ ਸੁਖ ਪਾऊँ। ਕੀ ਪਹਿਨਾਂ ਕੀ ਪਹਿ ਕੇ ਵਿਖਾਵਾਂ, ਪਹਿਨ ਕੇ ਵਿਖਾਵਾਂ। ਓੜ ਹਿੰਦੀ ਦਾ ਸ਼ਬਦ ਹੈ ਪਾਉਣਾ। ਕੀ ਪਹਿਰਾਂ ਕੀ ਪਾ ਕੇ ਦਿਖਾਵਾਂ ਬਿਨ ਜਗਦੀਸ਼ ਕਹਾ ਸੁਖ ਪਾਵਾਂ। ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਂ ਕਿਵੇਂ ਸੁੱਖ ਪਾ ਸਕਦਾ ਹਾਂ। ਕੱਪੜੇ ਪਾ ਕੇ ਲੋਕਾਂ ਨੂੰ ਭਾਵੇਂ ਵਿਖਾਏ ਜਾਂ ਅੰਦਰ ਦੁਖੀ ਬੰਦਾ ਫਿਰੀ ਜਾਂਦਾ ਹੈਗਾ। ਇਹ ਨਾ ਸੋਚਿਆ ਕਰੋ ਜਿਹੜਾ ਵੱਡੀ ਸਾਰੀ ਕਾਰ 'ਤੇ ਜਾ ਰਿਹਾ ਪਤਾ ਨਹੀਂ ਸੁਖੀ ਹੈ, ਹੋ ਸਕਦਾ ਹਸਪਤਾਲ ਜਾ ਰਿਹਾ ਹੋਵੇ ਵਿਚਾਰਾ, ਹੋ ਸਕਦਾ, ਕੀ ਪਤਾ। ਰੋਕ ਕੇ ਪੁੱਛੋਗੇ ਭਰਾਵਾ ਤੂੰ ਕਿੱਥੇ ਚੱਲੇ, ਉਹ ਕਹੂਗਾ ਮੈਨੂੰ ਹਾਰਟ ਅਟੈਕ ਹੋ ਰਿਹਾ, ਮੈਂ ਤਾਂ ਹਸਪਤਾਲ ਦਾਖਲ ਹੋਣਾ ਚੱਲਿਆ, ਮਗਰ ਆ ਪਤਾ ਲੱਗੇ ਕਿੱਥੇ ਜਾ ਰਿਹਾ। ਸੋ ਇਸ ਲਈ ਕਹਿੰਦੇ ਕੀ ਪਹਿਨ ਕੇ ਵਿਖਾਵਾਂ। ਪਰਮਾਤਮਾ ਦੀ ਭਜਨ ਬੰਦੇ ਕੇ ਸੁੱਖ ਮਿਲ ਹੀ ਨਹੀਂ ਸਕਦਾ। ਕਾਨੀ ਕੁੰਡਲ ਗਲ ਮੋਤੀਆਂ ਕੀ ਮਾਲਾ, ਕੰਨਾਂ 'ਚ ਵਾਲੀਆਂ ਪਾਈਆਂ ਹੋਣ, ਗਲ 'ਚ ਮੋਤੀਆਂ ਦੀ ਮਾਲਾ ਪਾਈ ਹੋਵੇ, ਲਾਲ ਨਿਹਾਲੀ, ਨਿਹਾਲੀ ਤਲਾਈ ਨੂੰ ਕਹਿੰਦੇ ਨੇ, ਇੱਕ ਨਿਹਾਲੀ ਪੈ ਸਭਨ ਇੱਕੋ ਪੈਰਨ ਖੜੇ, ਲਾਲ ਨਿਹਾਲੀ ਲਾਲ ਰੰਗ ਦੀ ਤਲਾਈ ਹੋਵੇ, ਫੂਲ ਗੁਲਾਲਾ ਲਾਲ ਫੁੱਲ ਉੱਤੇ ਵਿਛੇ ਹੋਏ ਹੋਣ। ਬਿਨ ਜਗਦੀਸ਼ ਕਹਾ ਸੁਖ ਭਾਲਾ, ਪਰ ਪਰਮਾਤਮਾ ਬਿਨਾਂ ਕਿੱਥੇ ਸੁੱਖ ਮਿਲਦਾ। ਕਿਉਂਕਿ ਜੇ ਆਪਾਂ ਦੁਖੀ ਹਾਂ ਨਾ ਮਨ ਕਰਕੇ, ਇਹ ਡਾਂਲਪ ਦੇ ਗੱਦੇ ਵੀ ਸਾਨੂੰ ਨੀਂਦ ਨਹੀਂ ਆਉਂਦੀ। ਜੇ ਤੁਸੀਂ ਸੁਖੀ ਹੋ ਤਾਂ ਅਸੀਂ ਦੇਖਿਆ ਖੇਤ 'ਚ ਹਲ ਵਾਹੁੰਦੇ ਹੁੰਦੇ ਸੀ, ਅਤੇ ਜਿਹੜੀ ਚੌਲਾਂ ਵਾਲੀ ਜ਼ਮੀਨ ਹੁੰਦੀ ਹੈ ਇਹ ਚਿਕਨੀ ਹੁੰਦੀ ਹੈ, ਇਹ 'ਚ ਡਲੇ ਬਣ ਜਾਂਦੇ ਹਲ ਵਾਹੁੰਦੇ। ਉਦੋਂ ਆ ਦੂਜੇ ਨਹੀਂ ਸੀ, ਟਰੈਕਟਰ ਨਹੀਂ ਸਨ ਆਏ, ਲੱਕੜ ਦੇ ਹਲਾਂ ਨਾਲ ਵਾਹੁੰਦੇ, ਵੱਡੇ ਵੱਡੇ ਡਲੇ ਹੋ ਜਾਣੇ। ਰੋਟੀ ਖਾ ਲੈਣੀ ਹੈ, ਥੱਕੇ ਟੁੱਟੇ ਹੁਣ, ਉਹ ਡਲੇ ਦਾ ਜਿਹੜਾ ਇੱਟ ਜਿਹੜਾ ਉਹਦਾ ਸਿਰਹਾਣਾ ਬਣਾ ਲੈਣਾ, ਉੱਥੇ ਹੀ ਸੌਂ ਜਾਣਾ ਮਿੱਟੀ 'ਤੇ ਹੀ। ਹਾਂਜੀ, ਬੜੀ ਨੀਂਦ ਆਉਂਦੀ ਸੀ। ਹੁਣ ਡਾਨਲਪ ਦੇ ਗੱਦਿਆਂ 'ਤੇ 3 ਵਜੇ ਤੱਕ ਨੀਂਦ ਨਹੀਂ ਆਉਂਦੀ। ਹੁਣ ਤਾਂ ਚਲੋ ਫਿਰ ਥੋੜ੍ਹੀ ਮੈਨੂੰ 11 ਵਜੇ 11:30 ਤੱਕ ਆਉਣ ਲੱਗ ਪਏ, ਨਹੀਂ ਤਾਂ ਮੇਰੀ ਨੀਂਦ ਹੀ ਖਤਮ ਹੋ ਗਈ ਸੀ। ਜੋ ਪਿੱਛੇ ਬਿਮਾਰ ਹੈ 3:30 ਵਜੇ ਤੋਂ 5:30 ਵਜੇ 2 ਘੰਟੇ ਸਿਰਫ ਨੀਂਦ ਆਉਂਦੀ ਸੀ ਬਸ। ਹੌਲੀ ਹੌਲੀ ਹੁਣ 11:30 'ਤੇ ਆ ਗਿਆ, ਫਿਰ ਹੌਲੀ 11 'ਤੇ ਆ ਜਾਏਗਾ। ਜਦੋਂ ਮੈਂ 10 'ਤੇ ਆਇਆ ਨਾ ਫਿਰ ਅਸਲ ਮੇਰੀ ਨੀਂਦ ਹੋਏਗੀ। ਸੋ ਡਾਨਲਪ ਦੇ ਗੱਦਿਆਂ 'ਤੇ ਵੀ ਸੁੱਤੇ ਬੰਦੇ ਨੂੰ ਨੀਂਦ ਨਹੀਂ ਆਉਂਦੀ ਅਗਰ ਉਹ ਮਾਨਸਿਕ ਤੌਰ 'ਤੇ ਦੁਖੀ ਹੈ। ਇਸ ਲਈ ਇਹ ਨਾ ਸੋਚੋ ਕਿ ਜਿਹੜੇ ਅਮੀਰ ਨੇ ਬੜੇ ਸੁੱਖ ਦੀ ਨੀਂਦ ਸੁੱਤੇ ਹੋਣਗੇ, ਆਪਾਂ ਨਵੇਂ ਭੁਲੇਖੇ ਨੇ। ਨੈਣ ਸਲੋਨੀ ਸੁੰਦਰ ਨਾਰੀ, ਸੋਹਣੇ ਅੱਖਾਂ ਵਾਲੀ ਸੋਹਣੀ ਔਰਤ, ਸਲੋਨੀ ਸੋਹਣੇ ਅੱਖ ਜਿਹਦੇ ਨੈਣ ਹੋਣ, ਨੈਣ ਸਲੋਨੀ ਸੁੰਦਰ ਅੱਖਾਂ ਵਾਲੀ ਸੁੰਦਰ ਨਾਰੀ,
ਸੁੰਦਰ ਔਰਤ। ਖੋੜ ਸ਼ਿੰਗਾਰ, ਖੋੜ ਦਾ 16 ਪ੍ਰਕਾਰ ਦਾ ਸ਼ਿੰਗਾਰ ਗਿਣਿਆ ਗਿਆ। ਜਿਵੇਂ 36 ਪ੍ਰਕਾਰ ਦਾ ਭੋਜਨ ਗਿਣਿਆ ਗਿਆ, 16 ਪ੍ਰਕਾਰ ਦਾ ਸ਼ਿੰਗਾਰ ਗਿਣਿਆ ਗਿਆ। ਜੇ ਉਹ 16 ਪ੍ਰਕਾਰ ਦਾ ਸ਼ਿੰਗਾਰ ਵੀ ਕਰੇ, ਖੋੜ ਸ਼ਿੰਗਾਰ ਕਰੇ ਅਤ ਪਿਆਰੀ, ਤਾਂ ਬੜੀ ਪਿਆਰੀ ਲੱਗੇ, ਬੜੀ ਸੋਹਣੀ ਲੱਗੇ। ਕੁਦਰਤੀ ਗੱਲ ਹੈ। ਜੇ ਸੋਹਣੀ ਅੱਖਾਂ ਹੋਣ, ਰੰਗ ਰੂਪ ਸੋਹਣਾ ਹੋਵੇ, ਹਾਰ ਸ਼ਿੰਗਾਰ ਕੀਤਾ ਹੋਵੇ, ਤਾਂ ਬੀਬੀ ਸੋਹਣੀ ਬਹੁਤ ਲੱਗਦੀ। ਇਸ 'ਚ ਕੋਈ ਸ਼ੱਕ ਨਹੀਂ, ਇਹ 'ਚ ਕੋਈ ਸ਼ੱਕ ਨਹੀਂ। ਹਾਰ ਸ਼ਿੰਗਾਰ ਐਕਚੁਅਲੀ ਸੋਹਣਿਆਂ ਨੂੰ ਹੀ ਹੋਰ ਸੋਹਣਿਆਂ ਕਰਦਾ, ਕਾਲਿਆਂ ਨੂੰ ਨਹੀਂ ਸੋਹਣਾ ਲੱਗਦਾ ਹਾਰ ਸ਼ਿੰਗਾਰ। ਸੋਹਣਿਆਂ ਨੂੰ ਹੀ ਮੈਂ ਦੇਖਿਆ ਹਾਰ ਸ਼ਿੰਗਾਰ ਹੋਰ ਸੁੰਦਰਤਾ ਵਧਾਉਂਦਾ ਉਹਦੀ। ਬੜੀ ਕਦੇ ਸੋਹਣੀ ਲੱਗਦੀ ਹੋਵੇ। ਬਿਨ ਜਗਦੀਸ਼ ਭਜੇ ਨਿਤ ਖੁਆਰੀ, ਪਰ ਜੇ ਪਰਮਾਤਮਾ ਦੇ ਨਾਮ ਨਹੀਂ ਜਪਦੇ, ਖੁਆਰ ਹੁੰਦੀ ਹੈ। ਉਹਦੀਆਂ ਸੁੰਦਰ ਅੱਖਾਂ, ਉਹਦਾ ਸੁੰਦਰ ਚਿਹਰਾ, ਉਹਦਾ 16 ਪ੍ਰਕਾਰ ਦਾ ਸ਼ਿੰਗਾਰ ਵੀ ਉਹਨੂੰ ਸੁੱਖ ਨਹੀਂ ਦੇ ਸਕਦਾ, ਕਿਉਂਕਿ ਨਾਮ ਜਪਦੇ ਨਹੀਂ। ਇਸ ਲਈ ਖੁਆਰ ਹੁੰਦੀ ਨੇ, ਦੁਖੀ ਹੁੰਦੀ ਰਹਿੰਦੀ ਹੈ। ਦਰ ਕਰ ਮਹਿਲਾ ਸੇਜ ਸੁਖਾਲੀ। ਬਹੁਤ ਵੱਡਾ ਘਰ ਹੋਵੇ, ਮਹਿਲ ਵਰਗਾ ਘਰ ਹੋਵੇ, ਸੇਜ ਸੁਖਾਲੀ, ਬੜੇ ਸੁੱਖ ਦੇਣ ਵਾਲੀ ਬੈੱਡ ਹੋਵੇ, ਬਿਸਤਰਾ ਹੋਵੇ, ਸੇਜਾ ਹੋਵੇ। ਅਹਨਿਸ ਫੂਲ ਵਿਛਾਵੇ ਮਾਲੀ, ਰੋਜ਼ ਦਿਨ ਰਾਤ ਉਸ ਬੈੱਡ ਦੇ ਉੱਤੇ ਮਾਲੀ ਨੇ ਫੁੱਲ ਖਿਲਾਰੇ ਹੋਣ ਵੀ ਤਾਂ ਜੇ ਖੁਸ਼ਬੂ ਆਉਂਦੀ ਰਹੇ। ਬਿਨ ਹਰ ਨਾਮ ਸੋ ਦੇ ਦੁਖਾਲੀ, ਪਰ ਜੋ ਨਾਮ ਨਹੀਂ ਜਪਦੇ ਸਰੀਰ ਦੁਖੀ ਹੋ ਰਹਿੰਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹੋ ਜਿਹੇ ਬੈੱਡ 'ਤੇ ਪੈ ਕੇ ਵੀ ਬੰਦਾ ਦੁਖੀ ਹੀ ਰਹਿੰਦਾ ਹੈ। ਹੈਵਰ ਗੈਵਰ ਨੇਜੇ ਵਾਜੇ, ਇਹਨੂੰ ਵਾਜੇ ਨਹੀਂ ਪੜ੍ਹਦੇ ਨਾ, ਵਾਜੇ। ਨੇਜ਼ੇ, ਜੱਜੇ ਦੇ ਪੈਰ 'ਚ ਬਿੰਦੀ। ਹੈਵਰ ਗੈਵਰ ਨੇਜ਼ੇ ਵਾਜੇ, ਲਸ਼ਕਰ ਨੇਬ ਖਵਾਸੀ ਪਾਜੇ, ਬਿਨ ਜਗਦੀਸ਼ ਝੂਠੇ ਦਿਵਾਜੇ। ਹੈਵਰ ਘੋੜੇ, ਗੈਵਰ ਹਾਥੀ, ਨੇਜ਼ੇ ਵਾਜੇ, ਲਸ਼ਕਰ ਫੌਜ, ਨੇਬ ਫੌਜ ਦੇ ਅਫਸਰ, ਖਵਾਸੀ ਨੌਕਰ ਚਾਕਰ। ਕਿਸੇ ਕੋਲ ਇੰਨਾ ਕੁਛ ਵੀ ਹੋਵੇ, ਬਿਨ ਜਗਦੀਸ਼, ਪਰ ਜੇ ਪਰਮਾਤਮਾ ਦਾ ਨਾਮ ਨਹੀਂ ਜਪਦਾ, ਝੂਠੇ ਦਿਵਾਜੇ, ਸਭ ਝੂਠੇ ਵਿਖਾਵੇ ਨੇ। ਦਿਵਾਜੇ ਮੈਨੂੰ ਵਿਖਾਵੇ, ਇਹ ਸਭ ਝੂਠੇ ਵਿਖਾਵੇ। ਭਾਵ ਦੱਸਿਆ ਵੀ ਤੁਹਾਡੀ ਕੋਈ ਵੀ ਹਾਲਤ ਹੋਵੇ, ਤੁਸੀਂ ਨਾਮ ਜਪਣਾ ਬਸ। ਜੇ ਨਾਮ ਨਹੀਂ ਜਪਦੇ, ਸਭ ਐਵੇਂ ਹੀ ਹੈ। ਸਿੱਧ ਕਹਾਵੂੰ ਰਿੱਧ ਸਿੱਧ ਬੁਲਾਵੂੰ, ਤਾਜ ਕੁਲਹ, ਇਹਨੂੰ ਕੁਲਹ ਨਹੀਂ ਪੜ੍ਹ ਦੇਣਾ, ਹਿੰਦੀ ਦਾ ਨਹੀਂ ਹੈ। ਜੇ ਹਿੰਦੀ ਦਾ ਸ਼ਬਦ ਹੁੰਦਾ ਫਿਰ ਆਪਾਂ ਇਹਨੂੰ ਪੜ੍ਹਦੇ ਕੁਲਹ, ਕਿਉਂ ਹਾਹੇ ਤੋਂ ਪਹਿਲਾਂ ਕਿ ਲੱਲਾ ਸੀ, ਮੁਕਤਾ ਸੀ, ਫਿਰ ਪੜ੍ਹਦੇ ਕੁਲਹ। ਪਰ ਨਹੀਂ, ਇਹ ਫਾਰਸੀ ਦਾ ਸ਼ਬਦ ਹੈ। ਮੁਸਲਮਾਨਾਂ ਨੇ ਨਾ ਤਿਕੋਨੀ ਜੀ ਟੋਪੀ ਲਈ ਹੁੰਦੀ ਹੈ, ਉੱਪਰ ਨੂੰ ਇਹ ਇਸ ਤਰ੍ਹਾਂ ਬੜੀ ਹੁੰਦੀ ਹੈ ਤਿਕੋਨੀ, ਉਹਨੂੰ ਕੁਲਹ ਕਹਿੰਦੇ ਨੇ। ਉਹਨੂੰ ਕੀ ਕਹਿੰਦੇ ਨੇ? ਕੁਲਹ। ਕਿਉਂਕਿ ਫਾਰਸੀ ਵਿੱਚ ਜੇ ਅਖੀਰ 'ਤੇ ਹਾਹਾ ਹੋਵੇ ਅਤੇ ਪਹਿਲਾ ਅੱਖਰ ਮੁਕਤਾ, ਤਾਂ ਉਹਨੂੰ ਕੰਨਾ ਲੱਗਦਾ। ਇੱਥੇ ਲੱਲੇ ਨੂੰ ਕੰਨਾ ਬੋਲਾਂਗੇ। ਤਾਜ ਕੁਲਹ ਸਿਰ ਛਤਰ ਬਣਾਵੂੰ, ਬਿਨ ਜਗਦੀਸ਼ ਕਹਾ ਸੱਚ ਪਾਵਾਂ। ਜੇ ਮੈਂ ਆਪਣਾ ਨੂੰ ਸਿੱਧ ਕਹਾਂ, ਮੈਂ ਤਾਂ ਸਿੱਧ ਹਾਂ ਜੀ, ਸਿੱਧ ਪੁਰਸ਼ ਹਾਂ, ਮੈਂ ਤਾਂ ਜੋਗੀ ਹਾਂ। ਰਿੱਧ ਸਿੱਧ ਬੁਲਾਵਾਂ, ਰਿੱਧੀਆਂ ਸਿੱਧੀਆਂ ਨੂੰ ਬੁਲਾ ਸਕਾਂ ਮੈਂ। ਤਾਜ ਕੁਲਾ, ਸਿਰ 'ਤੇ ਤਾਜ ਵਾਲੀ ਟੋਪੀ ਲਈ ਹੋਵੇ, ਸਿਰ ਛਤਰ ਬਣਾਵਾਂ, ਸਿਰ 'ਤੇ ਛਤਰ ਝੁੱਲ ਰਿਹਾ ਹੋਵੇ। ਪਰ ਕਹਿੰਦੇ ਬਿਨ ਜਗਦੀਸ਼ ਕਹਾ ਸੱਚ ਪਾਵਾਂ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਹੀ ਨਹੀਂ ਸਕਦੀ। ਇਹ ਚੀਜ਼ਾਂ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਖਾਨ, ਖਾਨ ਨਹੀਂ ਪੜ੍ਹਨਾ, ਖੱਖੇ ਦੇ ਪੈਰ 'ਚ ਬਿੰਦੀ, ਫਾਰਸੀ ਦਾ ਸ਼ਬਦ ਹੈ। ਖਾਨ ਮਲੂਕ ਕਹਾਵੂੰ ਰਾਜਾ, ਅਬੇ ਤਬੇ ਕੂੜੇ ਹੈਂ ਪਾਜਾ, ਬਿਨ ਗੁਰ ਸ਼ਬਦ ਨ ਸਬਰ ਸਕਾਜਾ। ਖਾਨ ਮਲੂਕ ਕਹਾਵੂੰ ਰਾਜਾ, ਜਿਵੇਂ ਆ ਜੀ ਖਾਨ ਸਾਹਿਬ, ਖਾਨ ਸਾਹਿਬ, ਆ ਜੀ ਮਲਕ ਸਾਹਿਬ। ਹਾਂਜੀ, ਮਲੂਕ ਮਲਕ ਨੂੰ ਕਹਿੰਦੇ ਨੇ। ਇਹਨਾਂ ਦੀ ਪਦਵੀਆਂ ਨੇ ਮੁਸਲਮਾਨਾਂ ਦੀ। ਜੇ ਮੈਂ ਆਪਣੇ ਨੂੰ ਖਾਨ ਕਹਿਲਾਵਾਂ,
ਮਲਕ ਕਹਿਲਾਵਾਂ ਰਾਜਾ ਕਹਿਲਾਵਾਂ। ਅਬੇ ਤਬੇ ਹੁਣੇ ਤੇ ਫਿਰ ਕੂੜੇ ਹੈ ਪਜ ਪਾਵੇ ਤਾਂ ਹਮੇਸ਼ਾ ਲਈ। ਅਬੇ ਮੈਨੇ ਹੁਣ ਤਬੇ ਮੈਨੇ ਫਿਰ ਸੂਨਰ ਲੇਟਰ। ਕੂੜੇ ਹੈ ਪਜ ਇਹ ਸਭ ਕੂੜੇ ਨੇ, ਇਹ ਪਾਜ ਨੇ। ਪਾਜ ਹੁੰਦਾ ਵੀ ਉੱਪਰੋਂ ਕੁਛ ਹੋਰ ਵਿੱਚੋਂ ਕੁਛ ਹੋਰ। ਕਈ ਵਾਰੀ ਨਾ ਰੋਲਡ ਗੋਲਡ ਦੇ ਗਹਿਣੇ ਪਏ ਹੁੰਦੇ ਬੀਬੀਆਂ ਨੇ, ਅਸਲੀ ਸੋਨੇ ਦੇ ਹੀ ਹੁੰਦੇ। ਉਹਨਾਂ ਨੇ ਉੱਤੇ ਤਾਂਬੇ ਦੇ ਉੱਤੇ ਸੋਨੇ ਦੀ ਪਾਣ ਚੜ੍ਹਾਈ ਹੁੰਦੀ ਹੈ। ਜਿਹੜੇ ਬਨੌਟੀ ਗਹਿਣੇ ਹੁੰਦੇ ਨੇ ਇਹ ਅਸਲੀਆਂ ਨਾਲੋਂ ਵੀ ਜ਼ਿਆਦਾ ਚਮਕਦੇ ਨੇ। ਅੱਜ ਕੱਲ੍ਹ ਬਹੁਤ ਘੱਟ ਰਿਵਾਜ਼ ਅਸਲੀ ਪਾਉਣ ਦਾ। ਉਹ ਕਹਿੰਦਾ ਵੇਖੋ, ਪਹਿਲਾਂ ਹੁਣ ਤੱਕ ਖੋਹਾਂ ਕੁਛ ਹਟ ਗਈਆਂ ਨੇ, ਪਹਿਲਾਂ ਖੋਹ ਲਿਆ ਕਰਦੇ ਸਨ। 3-4 ਸਾਲ ਪਹਿਲਾਂ ਲੁੱਟਿਆ ਖੋਹਾਂ ਬਹੁਤ ਹੁੰਦੀਆਂ ਸਨ। ਹਾਂਜੀ, ਇਸ ਲਈ ਬਨੌਟੀ ਗਹਿਣੇ ਪਾਉਣ ਲੱਗ ਪਏ। ਰਤਨ ਨਗਰ ਦੇ ਵਿੱਚ ਇੱਕ ਬੀਬੀ ਜਾ ਰਹੀ, ਗਲ 'ਚ ਹਾਰ ਪਾਇਆ ਹੋਇਆ। ਲੁਟੇਰੇ ਨੇ ਸੋਚਿਆ ਸੋਨੇ ਦਾ, ਮੋਟਰਸਾਈਕਲ ਨੇ ਝਪਟਾ ਮਾਰਿਆ, ਹਾਰ ਲਾ ਕੇ ਲੈ ਗਏ। ਵੇਚਣ ਚਲੇ ਗਏ ਦੁਕਾਨ 'ਤੇ। ਉਹ ਤਾਂ ਕਹਿੰਦੇ ਤਾਂ ਖੋਟਾ, ਇਹ ਤਾਂ ਖੋਟਾ 70-72 ਰੁਪਈਏ ਦਾ। ਤੀਜੇ ਦਿਨ ਬੀਬੀ ਉਹਨਾਂ ਨੂੰ ਫਿਰ ਟੱਕਰ ਗਈ। ਉਹਨੇ ਰੋਕ ਲਿਆ, ਨਾ ਰੋਕ ਕੇ ਥੱਪੜ ਮਾਰਿਆ ਬੀਬੀ। ਕਹਿੰਦੇ ਹੈਂ ਬਨੌਟੀ ਗਹਿਣੇ ਪਾਈ ਫਿਰਦੇ, ਸਾਡਾ ਟਾਈਮ ਖਰਾਬ ਕੀਤਾ ਤੂੰ। ਆਹ ਹਾਲ ਸੀ, ਇਹ ਵੀ ਹਾਲ ਸੀ। ਹੁਣ ਕੁਛ ਅਖਬਾਰਾਂ 'ਚ ਘੱਟ ਹੀ ਆਉਂਦਾ, ਕੋਈ ਠੱਲ ਪੈ ਗਈ। ਇਸ ਲਈ ਫਿਰ ਬੀਬੀਆਂ ਬਨੌਟੀ ਗਹਿਣੇ ਪਾਉਣ ਲੱਗ ਪਈਆਂ ਸੀ। ਸਾਡਾ ਪੰਜਾਬੀ ਟੀਚਰ ਉਹਨੇ ਆਪਣੇ ਮੁੰਡੇ ਦੀ ਮੰਗਣੀ ਕਰਤੀ ਜੀ। ਮੰਗਣੀ ਕਰਦੇ 6 ਮਹੀਨੇ 'ਚ ਵਿਆਹ ਹੋਣਾ ਸੀ। ਉਹਨੂੰ ਅਚਾਨਕ ਪੈਸਿਆਂ ਦੀ ਲੋੜ ਪੈ ਗਈ, ਥੋੜ੍ਹੇ ਘੱਟਦੇ ਸਨ। ਉਹਨੇ ਕਿਹਾ ਚੱਲ ਕਾਕਾ ਤੇਰੀ ਛਾਪ ਵੇਚ ਦਿੰਦੇ ਹਾਂ, ਵਿਆਹ ਤੋਂ ਪਹਿਲਾਂ ਫਿਰ ਬਣਾ ਲਾਂਗੇ। ਉਹ ਛਾਪ ਲੈ ਕੇ ਦੁਕਾਨਦਾਰ ਕੋਲ ਗਏ, ਕਹਿੰਦੇ ਤਾਂ ਖੋਟੀ ਹੈ, ਤਾਂ ਖੋਟੀ ਹੈ। ਉਹ ਆਪਣੇ ਮੁੰਡੇ ਦੇ ਸਹੁਰੀ ਚਲੇ ਗਏ, ਕਹਿ ਤੁਸੀਂ ਚੰਗੀ ਕੀਤੀ ਹੈ, ਆਹ ਛਾਪ ਖੋਟੀ ਪਾਤੀ ਹੈ, ਆਹ ਚੱਕੋ ਆਪਣੀ ਛਾਪ, ਤੁਹਾਡੇ ਸਾਡਾ ਰਿਸ਼ਤਾ ਖਤਮ। ਫੋਲੋ ਕੋਈ ਕਿਹੜੀ ਚੱਕ ਕਰਨੀ ਹੈ, ਪਾ ਦਿਓ। ਅਤੇ ਜਿਹੜੇ ਬੰਗਲੇ 'ਚ ਖੋਟਾ ਪਾ ਦੇਣ ਤਾਂ ਵਿਆਹ 'ਚ ਵੀ ਸਾਰੇ ਖੋਟੇ ਪਾ ਦੇਣੇ ਸਨ। ਸੋ ਇਹ ਤਾਂ ਝੂਠੇ ਪਾਜਾ ਨੇ, ਇਹ ਸਭ ਪਾਜ ਨੇ। ਬੇਨ ਗੁਰ ਸ਼ਬਦ ਨਾ ਸਬਰਸ ਕਾਜਾ। ਗੁਰ ਸ਼ਬਦ ਹੈ ਪਰਮਾਤਮਾ ਦਾ ਨਾਮ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਿਹੜੇ ਸਾਡੇ ਕਾਰਜ ਨੇ ਨਾ, ਇਹ ਸੰਵਰਨੇ ਦੇ ਨਹੀਂ ਹੈਗੇ। ਸਬਰਸ ਕਾਜਾ, ਸਾਡੇ ਕਾਰਜ ਜਿਹੜੇ ਇਹ ਸੌਰਦੇ ਨਹੀਂ ਹੈਗੇ, ਠੀਕ ਨਹੀਂ ਹੁੰਦੇ ਨਾਮ ਤੋਂ ਬਿਨਾਂ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਪ੍ਰਣਵਤ ਨਾਨਕ ਸ਼ਰਨ ਤੁਮਾਰੀ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਅੰਦਰ ਹਉਮੈ ਹੈ, ਅੰਦਰ ਮੋਹ ਹੈ। ਇਹ ਗੁਰੂ ਦੇ ਸ਼ਬਦ ਰਾਹੀਂ ਹੀ ਇਹਨਾਂ ਨੂੰ ਖਤਮ ਕੀਤਾ ਜਾ ਸਕਦਾ ਹੈ। ਹਉਮੈ ਨੂੰ, ਮਮਤਾ ਨੂੰ ਗੁਰੂ ਦੇ ਸ਼ਬਦ ਰਾਹੀਂ ਭੁਲਾਇਆ ਜਾ ਸਕਦਾ, ਭਾਵ ਖਤਮ ਕੀਤਾ ਜਾ ਸਕਦਾ ਹੈ। ਪਰਮਾਤਮਾ ਜਿਹੜਾ ਗੁਰੂ ਸਾਨੂੰ ਸ਼ਬਦ ਦਿੱਤਾ ਗੁਰਮੰਤਰ, ਉਹਦੇ ਰਾਹੀਂ ਇਹ ਹਉਮੈ ਅਤੇ ਮਮਤਾ ਖਤਮ ਹੋ ਸਕਦੀ ਹੈ। ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਜਦੋਂ ਗੁਰੂ ਦੀ ਮੱਤ 'ਤੇ ਬੰਦਾ ਚੱਲਦਾ ਹੈ, ਫਿਰ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਜਾਣ ਲੈਂਦਾ ਹੈ ਤਾਂ ਬਸ ਦਾ ਅੰਦਰ ਹੀ ਹੈ, ਪਰ ਸਾਨੂੰ ਪਤਾ ਨਹੀਂ ਹੈ। ਫਿਰ ਮਨੁੱਖ ਉਸ ਨੂੰ ਜਾਣ ਲੈਂਦਾ ਹੈ ਜਦ ਗੁਰੂ ਦੀ ਮੱਤ 'ਤੇ ਚੱਲਦਾ ਹੈ। ਗੁਰੂ ਦੀ ਮੱਤ 'ਤੇ ਚੱਲਣ ਵਾਲੇ 'ਚ 2 ਗੁਣ ਹੁੰਦੇ ਨੇ। ਇੱਕ ਤਾਂ ਉਹ ਸਹੀ ਕੰਮ ਕਰਦਾ, ਦੂਸਰਾ ਨਾਮ ਜਪਦਾ ਹੈ। ਅਗਰ ਮੇਰਾ ਕਰਮ ਸਹੀ ਨਹੀਂ ਹੈ ਤਾਂ ਮਤਲਬ ਗੁਰੂ ਦੀ ਮੱਤ 'ਤੇ ਮੈਂ ਨਹੀਂ ਚੱਲਦਾ। ਨਾਮ ਜਪਦਾ ਪਰ ਕਰਮ ਸਹੀ ਨਹੀਂ ਹੈ, ਇਹਦੇ ਮਤਲਬ ਮੈਨੂੰ ਪਰਮਾਤਮਾ ਨਹੀਂ ਮਿਲੇਗਾ। ਲੱਗਾ ਚਾਹੀਦਾ 10 ਜਨਮ ਲੱਗਾ ਰਹੇ। ਜਿੰਨਾ ਚਿਰ ਮੈਂ ਆਪਣੇ ਕਰਮ ਸਹੀ ਨਹੀਂ ਕਰਦਾ, ਕਰਮ ਮੰਨ ਲਓ ਮੇਰੇ ਕਰਮ ਸਹੀ ਨੇ, ਮੈਂ ਨਾਮ ਨਹੀਂ ਜਪਦਾ, ਤਾਂ ਵੀ ਪਰਮਾਤਮਾ ਨਹੀਂ ਮਿਲਦਾ। ਪਰਮਾਤਮਾ 2 ਗੁਣਾਂ ਵਾਲੇ ਨੂੰ ਮਿਲਦਾ। ਇੱਕ ਤਾਂ ਉਹਦੇ ਕਰਮ ਸਹੀ ਹੋਣ, ਉਹ ਗਲਤ ਕੰਮ ਹੀ ਨਾ ਕਰੇ। ਆਪਾਂ ਇਸ ਅਵਸਥਾ 'ਚ ਸਾਨੂੰ ਪਤਾ ਕੀ ਠੀਕ ਹੈ ਅਤੇ ਕੀ ਗਲਤ ਹੈ। ਅਸੀਂ ਇਹ ਨਹੀਂ ਕਿ ਸਾਨੂੰ ਪਤਾ ਨਹੀਂ ਸੀ ਜੀ, ਸਾਨੂੰ ਇੰਨਾ ਪਤਾ ਹੈ ਕਿ ਜੋ ਅਸੀਂ ਕਰ ਰਹੇ ਕੀ ਠੀਕ ਹੈ ਕਿ ਗਲਤ ਹੈ। ਜੇ ਗਲਤ ਹੈ ਤਾਂ ਛੱਡ ਦੇਣਾ ਚਾਹੀਦਾ, ਕਿਉਂਕਿ ਉਹ ਕਦੇ ਵੀ ਨੁਕਸਾਨ ਕਰ ਸਕਦਾ ਸਾਡਾ। ਗਲਤ ਕੰਮ ਕਦੇ ਵੀ ਸਾਡਾ ਨੁਕਸਾਨ ਕਰ ਸਕਦਾ ਹੈ, ਸਾਡੀ ਬਦਨਾਮੀ ਕਰਾ ਸਕਦਾ ਹੈ, ਸਾਨੂੰ ਕੋਈ ਸਜ਼ਾ ਦਿਲਾ ਸਕਦਾ ਹੈ।
ਜਿਹੜਾ ਗੁਰੂ ਦੀ ਮੱਤ 'ਤੇ ਚੱਲਦਾ ਉਹ ਸਹੀ ਕਰਮ ਕਰਦਾ, ਨਾਲ ਨਾਮ ਜਪਦਾ ਬਸ। ਫਿਰ ਵਿਸ਼ਵਾਸ ਰੱਖੋ, ਮਿਲ ਹੀ ਜਾਣਾ ਪਰਮਾਤਮਾ ਨੂੰ। ਜਦੋਂ ਕਰਮ ਸਹੀ ਹੋਣ ਤੇ ਬੰਦਾ ਨਾਮ ਜਪ ਰਿਹਾ, ਉਹਨੂੰ ਮਿਲ ਹੀ ਜਾਣਾ ਪਰਮਾਤਮਾ। ਕਈ ਵਾਰੀ ਜਿਉਂਦੇ ਜੀ ਨਹੀਂ ਮਿਲਦਾ, ਬਿਲਕੁਲ ਮਰਨ ਵੇਲੇ ਮਿਲਦਾ ਹੈ। ਗਨਕਾ ਹੈ, ਲੱਗੀ ਰਹੇ ਤੋਤੇ ਦੇ ਨਾਲ, ਰਾਮ 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 ਕਰਦੀ ਰਹੇ। ਤੋਤਾ ਵੀ ਰਾਮ ਰਾਮ ਕਰ ਰਿਹਾ ਅਤੇ ਗਨਕਾ ਵੀ ਰਾਮ ਰਾਮ ਕਰਦੇ। ਮਰਨ ਵੇਲੇ ਦੋਨੋਂ ਹੀ ਤਰ ਗਏ। ਦੋਨੋਂ ਤੋਤੇ ਨੂੰ ਸੱਪ ਲੜ ਗਿਆ ਹੈ ਅਤੇ ਗਨਕਾ ਨੂੰ ਜਿਹੜਾ ਹੈ ਉਹ ਜਦੋਂ ਉਹ ਤੋਤੇ ਨੂੰ ਸੱਪ ਲੜ, ਤੋਤਾ ਮਰ ਗਿਆ। ਗਨਕਾ ਨੇ ਜਦੋਂ ਅੰਦਰ ਹੱਥ ਪਾਇਆ ਪਿੰਜਰੇ 'ਚ, ਸੱਪ ਨੇ ਗਨਕਾ ਨੂੰ ਡੰਗ ਮਾਰਿਆ। ਜਦ ਡੰਗ ਮਾਰਿਆ ਅਤੇ ਗਨਕਾ ਦੇ ਮੂੰਹ ਹਾਏ ਨਹੀਂ ਨਿਕਲਿਆ, ਰਾਮ ਨਿਕਲਿਆ। ਬਸ ਗਈ ਸਵਰਗਾਂ ਨੂੰ ਅਖੀਰਲੇ ਮਿੰਟ 'ਚ। ਪਤਾ ਨਹੀਂ ਕਿਸ ਵੇਲੇ ਕਿਰਪਾ ਹੋ ਜਾਣੀ ਹੁੰਦੀ, ਲੱਗੇ ਰਹੀਦਾ ਹੁੰਦਾ। ਤਾਂ ਹੀ ਗੁਰਬਾਣੀ ਕਹਿੰਦੀ, ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ। ਜਿੰਨਾ ਚਿਰ ਇੱਕ ਵੀ ਸਵਾਸ ਬਾਕੀ ਹੈ ਨਾ, ਉਹਨਾਂ 'ਚ ਨਾਮ ਜਪੀ ਜਾਓ। ਚਲਦਿਆਂ ਨਾਰ ਹਲ ਚਲਸੀ। ਜਦੋਂ ਅਸੀਂ ਇੱਥੋਂ ਸਰੀਰ ਤਿਆਗ ਕੇ ਜਾਵਾਂਗੇ ਨਾ, ਰੱਬ ਨਾਲ ਹੀ ਜਾਏਗਾ, ਇਹ ਨਾਮ ਨਾਲ ਹੀ ਜਾਏਗਾ। ਅੰਤੇ ਲੈ ਛਡਾਏ ਅਤੇ ਸਾਨੂੰ ਜਮਦੂਤਾਂ ਤੋਂ ਛਡਾ ਲਏਗਾ, ਧਰਮਰਾਜ ਤੋਂ ਛਡਾ ਲਏਗਾ। ਇਸ ਲਈ ਨਾਮ ਜਪੀ ਹੋਈ ਜਾਣਾ, ਮਰਨ ਤੱਕ ਜਪੀ ਜਾਣਾ। ਜਿੰਨਾ ਚਿਰ ਸੋਝੀ ਹੈ ਜਪੀ ਜਾਣਾ। ਹਾਂ, ਕਈ ਵਾਰ ਇਹਦਾ ਬੁਢਾਪਾ ਇੰਨਾ ਆ ਜਾਂਦਾ, ਯਾਦ ਸ਼ਕਤੀ ਖਤਮ ਹੋ ਜਾਂਦੀ, ਜਾਂ ਕੋਈ ਰੋਗ ਲੱਗ ਜਾਂਦਾ, ਕੋਈ ਸੱਟ ਵੱਜ ਪੈਂਦੀ ਹੈ, ਉਹ ਤਾਂ ਗੱਲ ਵੱਖਰੀ ਹੈ। ਪਰ ਜਿੰਨਾ ਚਿਰ ਸੋਝੀ ਥੋੜ੍ਹੀ ਬਹੁਤੀ ਹੈ, ਨਾਮ ਜਪਦੇ ਰਹਿਣਾ ਚਾਹੀਦਾ ਹੈ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਗੁਰੂ ਦੀ ਮੱਤ ਰਾਹੀਂ ਹਿਰਦੇ 'ਚ ਪ੍ਰਵਾਤ ਵਸਦਾ, ਉਸ ਨੂੰ ਬੰਦਾ ਜਾਣ ਲੈਂਦਾ ਹੈ। ਪ੍ਰਣਤ ਨਾਨਕ ਸ਼ਰਨ ਤੁਮਾਰੀ। ਗੁਰੂ ਵਰਗੇ, ਹੇ ਪਰਮਾਤਮਾ, ਅਸੀਂ ਤੇਰੀ ਸ਼ਰਨ 'ਚ, ਅਸੀਂ ਤੇਰੀ ਸ਼ਰਨ ਵਿੱਚ ਹਾਂ। ਸ਼ਰਨ 'ਚ ਹੀ ਆਉਣਾ ਪੈਣਾ। ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ, ਹਉਮੈ ਮਮਤਾ ਗੁਰ ਸ਼ਬਦ ਵਿਸਾਰੀ। ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ, ਗੁਰਮਤਿ ਜਾਣਿਆ ਹਿਰਦੈ ਮੁਰਾਰੀ। ਪ੍ਰਣਵਤ ਨਾਨਕ ਸ਼ਰਨ ਤੁਮਾਰੀ, ਪ੍ਰਣਵਤ ਨਾਨਕ ਸ਼ਰਨ ਤੁਮਾਰੀ, ਸ਼ਰਨ ਤੁਮਾਰੀ, ਪ੍ਰਣਵਤ ਨਾਨਕ ਸ਼ਰਨ ਤੁਮਾਰੀ। ਸਾਰੇ ਸ਼ਬਦ ਵਿੱਚ ਇਹੀ ਸੀ ਕਿ ਭਾਵੇਂ ਮੈਂ ਚੂਆ ਚੰਦਨ ਲਾ ਲਾਂ, ਰੇਸ਼ਮੀ ਕੱਪੜੇ ਪਾ ਲਾਂ, ਕੰਨਾਂ 'ਚ ਕੁੰਡਲ ਪਾ ਲਾਂ, ਗਲਾਂ 'ਚ ਮੋਤੀਆਂ ਦੀ ਹਾਰ ਮਾਲਾ ਪਾ ਲਾਂ, ਬੜੇ ਸੋਹਣੀ ਤਲਾਈ 'ਤੇ ਸਮਾਂ ਫੁੱਲ ਵਿਛੇ ਹੋਏ ਹੋਣ, ਬੜੇ ਸੁੰਦਰ ਅੱਖਾਂ ਵਾਲਾ ਹੋਵਾਂ, ਬੜੇ ਸੁੰਦਰ ਹੋਵਾਂ, 16 ਸ਼ਿੰਗਾਰ ਕੀਤੇ ਹੋਏ ਹੋਣ, ਬਹੁਤ ਵੱਡਾ ਘਰ ਹੋਵੇ, ਬਹੁਤ ਸੁੱਖ ਦੇਣ ਵਾਲਾ ਬਿਸਤਰਾ ਹੋਵੇ, ਫੁੱਲ ਵਿਛਾਏ ਹੋਏ ਹੋਣ ਬੈੱਡ 'ਤੇ, ਕੋਲ ਘੋੜੇ ਹੋਣ, ਕੋਲ ਹਾਥੀ ਹੋਣ, ਨੇਜ਼ੇ ਵਾਲੇ ਹੋਣ, ਫੌਜ ਹੋਵੇ, ਅਫਸਰ ਹੋਣ, ਖਵਾਸੀ ਨੌਕਰ ਹੋਣ, ਰਿੱਧੀਆਂ ਸਿੱਧੀਆਂ ਦਾ ਮੈਂ ਮਾਲਕ ਹੋਵਾਂ, ਸਿਰ 'ਤੇ ਤਾਜ ਹੋਵੇ, ਸਿਰ 'ਤੇ ਛਤਰ ਹੋਵੇ, ਮੈਂ ਖਾਨ ਕਹਿਲਾਵਾਂ, ਮੈਂ ਮਲਕ ਕਹਿਲਾਵਾਂ, ਮੈਂ ਰਾਜਾ ਕਹਿਲਾਵਾਂ। ਪਰ ਕਹਿੰਦੇ ਜਿੰਨਾ ਚਿਰ ਮੈਂ ਨਾਮ ਨਹੀਂ ਜਪਦਾ, ਮੈਨੂੰ ਸੁੱਖ ਨਹੀਂ ਮਿਲ ਸਕਦਾ। ਸੋ ਸੁੱਖ ਜਿਹੜਾ ਹੈ ਉਹ ਪਰਮਾਤਮਾ ਦੇ ਨਾਮ ਵਿੱਚ ਹੈ।
ਗੁਰੂ ਦੀ ਮੱਤ 'ਤੇ ਚੱਲ ਕੇ ਹੀ ਹੈ। ਇਸ ਲਈ ਭਾਈ ਸ਼ੁਭ ਕਰਮ ਕਰਨੇ, ਨਾਮ ਜਪਣੇ, ਬਸ। ਮੈਂ ਕਈ ਵਾਰੀ ਤੁਹਾਨੂੰ ਕਿਹਾ, ਮੈਨੂੰ ਕੋਈ ਪੁੱਛੇ ਬਾਬਾ ਜੀ ਇਹ 1430 ਅੰਗ ਨੇ, ਇੱਕੋ ਲਾਈਨ 'ਚ ਦੱਸੋ। 1430 ਅੰਗਾਂ ਨੂੰ ਇੱਕੋ ਲਾਈਨ 'ਚ ਦੱਸੋ। ਵੀ ਮੈਂ ਕਹਾਂਗਾ ਗੁਰੂ ਗ੍ਰੰਥ ਦਾ ਤੱਤ ਸਾਰ ਹੈ, ਸ਼ੁਭ ਕਰਮ ਕਰੋ ਅਤੇ ਨਾਮ ਜਪੋ, ਬਸ। ਬਾਣੀ ਪੜ੍ਹੋ ਨਾ ਪੜ੍ਹੋ, ਗੁਰਦੁਆਰੇ ਜਾਓ ਨਾ ਜਾਓ, ਤੁਹਾਡੀ ਮਰਜ਼ੀ ਹੈ। ਸ਼ੁਭ ਕਰਮ ਕਰੀ ਜਾਓ ਅਤੇ ਜਿੱਥੇ ਵੀ ਉੱਥੇ ਨਾਮ ਜਪੀ ਜਾਓ। ਗੁਰਦੁਆਰੇ ਤਾਂ ਇਸ ਲਈ ਹੋਣਾ ਕਿ ਇੱਥੋਂ ਸਾਨੂੰ ਗਿਆਨ ਹੁੰਦਾ ਰਹਿੰਦਾ ਹੈ। ਸਤਸੰਗ ਇਸ ਲਈ ਕਰਨੀ ਹੈ। ਮੈਨੂੰ ਵੀ ਜਿਹੜਾ ਗਿਆਨ ਹੋਇਆ ਪੜ੍ਹ ਕੇ ਵੀ, ਹਾਂ ਮੈਂ ਦੇਖਿਆ ਵੀ ਤੱਤ ਸਾਰ ਕੀ ਹੈ, ਵੀ ਤੱਤ ਸਾਰ ਬਾਣੀ ਦਾ ਕੀ ਹੈ। ਇਹ ਸ਼ੁਭ ਕਰਮ ਦੇ ਨਾਮ ਜਪਣੇ ਤੱਤ ਸਾਰ ਹੈ। ਆਰਗਾ ਬਾਣੀ ਪੜ੍ਹ ਕੇ ਮੈਨੂੰ ਪਤਾ ਲੱਗਾ। ਅਤੇ ਤੁਸੀਂ ਵੀ ਸਤਸੰਗ ਕਰ ਕਰਕੇ ਤੁਹਾਨੂੰ ਗਿਆਨ ਹੋ ਹੀ ਜਾ ਰਿਹਾ ਹੈ। ਇਸ ਲਈ ਭਾਈ ਜਿੰਨਾ ਸਮਾਂ ਮਿਲੇ ਆਪਣੇ, ਠੀਕ ਹੈ, ਸੰਸਾਰੀ ਕੰਮ ਧੰਦੇ ਕਰਨੇ ਉਹ ਅਸੀਂ ਛੱਡ ਕੇ ਨਹੀਂ ਬਹਿ ਜਾਣੇ। ਅਸੀਂ ਗ੍ਰਸਤੀ ਬੰਦੇ ਹਾਂ। ਅਸੀਂ ਪੁਰਾਣੇ ਸਾਧੂ ਨਹੀਂ ਹੈਗੇ ਵੀ ਜੰਗਲਾਂ ਚਲੇ ਗਏ ਜੀ ਕਿਤੇ ਹੋਰ 'ਚ ਮੰਗ ਕੇ ਖਾ ਲਿਆ, ਨਹੀਂ। ਸਾਨੂੰ ਮੰਗ ਕੇ ਖਾਣਾ ਗੁਰੂ ਮਹਾਰਾਜ ਮਨ੍ਹਾ ਕੀਤਾ। ਉਹ ਕਹਿੰਦੇ ਨੇ ਆਪਣੀ ਕਿਰਤ ਕਰਕੇ ਖਾਓ, ਆਪ ਵੀ ਖਾਓ, ਪਰਿਵਾਰ ਨੂੰ ਵੀ ਖਵਾਓ। ਬਾਕੀ ਜਿਹੜਾ ਸਮਾਂ ਮਿਲੇ ਉਹ ਭਜਨ ਬੰਦਗੀ ਕਰੋ, ਬਸ। ਗੁਰੂ ਨਾਨਕ ਦੀ ਫਿਲਾਸਫੀ ਅਸੀਂ ਗੁਰੂ ਨਾਨਕ ਦੀ ਗੱਲ ਹੀ ਮੰਨੀ ਹੈ। ਸਾਰੇ ਗੁਰੂਆਂ ਨੇ ਇਸ ਲਈ ਆਪਣਾ ਨਾਮ ਨਹੀਂ ਲਿਖਿਆ, ਤੁਸੀਂ ਖਿਆਲ ਰੱਖਣਾ। ਹੁਣ ਆਪਣਾ ਨਾਮ ਲਿਖਿਆ, ਨਾਨਕ ਹੀ ਲਿਖਿਆ। ਉਹ ਕਹਿੰਦੇ ਨਹੀਂ, ਸਾਡੇ ਜਿਵੇਂ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਵਿਚਾਰ ਮੇਰੇ ਨਹੀਂ, ਇਹ ਰੱਬ ਦੇ ਵਿਚਾਰ ਨੇ। ਅਤੇ ਬਾਕੀ ਗੁਰੂ ਕਹਿੰਦੇ ਨੇ ਸਾਡੇ ਵਿਚਾਰ ਨਹੀਂ, ਇਹ ਨਾਨਕ ਦੇ ਵਿਚਾਰ ਨੇ। ਇਸ ਲਈ ਉਹਨੇ ਆਪਣਾ ਨਾਂ ਹੀ ਨਹੀਂ ਲਿਖਿਆ। ਕਿਸੇ ਵੀ ਗੁਰੂ ਨੇ ਆਪਣਾ ਨਾਮ ਨਹੀਂ ਲਿਖਿਆ। ਇਸੇ ਲਈ ਪੰਚਮ ਪਾਤਸ਼ਾਹ ਜਦੋਂ ਗੁਰੂ ਗ੍ਰੰਥ ਸਾਹਿਬ ਬਣਾਇਆ, ਉਹਨਾਂ ਨੂੰ ਮਹੱਲਾ ਪਹਿਲਾ, ਦੂਜਾ, ਤੀਜਾ, ਚੌਥਾ, ਪੰਜਵਾਂ ਲਾਉਣਾ ਪਿਆ ਵੀ ਪਤਾ ਲੱਗੇ ਬਾਣੀ ਕਿਹਦੀ ਹੈ। ਨਹੀਂ ਤਾਂ ਸਾਰੇ ਨਾਨਕ ਲਿਖਿਆ ਹੋਇਆ। ਹੁਣ ਨਾਨਕ ਲਿਖੀ ਇਸ ਲਈ ਕਿ ਹੇ ਨਾਨਕ, ਇਹ ਜਿਹੜੇ ਸਾਡੇ ਵਿਚਾਰ ਨੇ ਸਾਡੇ ਨਹੀਂ, ਇਹ ਤਾਂ ਤੇਰੇ ਵਿਚਾਰ ਨੇ। ਅਤੇ ਨਾਨਕ ਕਹਿੰਦੇ ਹੇ ਸੱਚੇ ਪਾਤਸ਼ਾਹ, ਮੇਰੇ ਵਿਚਾਰ ਨਹੀਂ, ਇਹ ਤੇਰੇ ਵਿਚਾਰ ਨੇ। ਇਹ ਸਾਰੇ ਰੱਬੀ ਵਿਚਾਰ ਨੇ ਅਤੇ ਰੱਬੀ ਵਿਚਾਰ ਬਦਲਿਆ ਨਹੀਂ ਕਰਦੇ। ਦਸਮ ਪਾਤਸ਼ਾਹ ਇਸ ਲਈ ਗੁਰੂ ਗ੍ਰੰਥ ਨੂੰ ਯੁੱਗਾਂ ਯੁਗਾਂਤਾਂ ਦਾ ਕਹਿ, ਤੁਹਾਡਾ ਹੈ ਸਿੱਖੋ, ਤੁਹਾਡਾ ਗੁਰੂ ਹੈਗਾ। ਯੁੱਗ ਬਦਲਦੇ ਰਹਿਣਗੇ, ਇਹ ਨਹੀਂ ਬਦਲੇਗਾ। ਕਿਉਂ? ਪਰਮਾਤਮਾ ਨੇ ਨਹੀਂ ਬਦਲਣਾ। ਜਦੋਂ ਪਰਮਾਤਮਾ ਨੇ ਨਹੀਂ ਬਦਲਣਾ, ਉਹਦੇ ਵਿਚਾਰ ਨਹੀਂ ਬਦਲਣੇ, ਉਹਦੇ ਵਿਚਾਰ ਨੇ ਇਹੀ ਵਿਚਾਰ ਰਹਿਣੇ ਨੇ। ਬਸ ਅਸੀਂ ਤਾਂ ਤੱਤ ਸਾਰ ਕੱਢਤੇ ਤੁਹਾਡੇ ਸਾਹਮਣੇ। ਭਾਈ ਸ਼ੁਭ ਕਰਮ ਕਰੋ ਅਤੇ ਨਾਮ ਜਪੋ ਅਤੇ ਮੌਜ ਕਰੋ, ਬਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।